ਔਰ ਇਹਦੇ ਨਾਲ ਵੀ ਬਿਲਕੁਲ ਲੇਕਿਨ ਮੈਮ ਮੇਰੇ ਤੁਸੀਂ ਹਸਬੈਂਡ ਨੇ ਮੈਨੂੰ ਬਹੁਤ ਸਾਥ ਦਿੱਤਾ। ਮਤਲਬ ਫਾਈਨਲ ਜਿਹੜੀ ਗੱਲ ਹੈ ਕਿ ਵੀ ਜਦੋਂ ਮੈਂ ਨੌਕਰੀ ਕਰਨੀ ਸੀਗੀ ਤੇ ਮੇਰੇ ਮਦਰ ਇਨ ਲਾ ਬਿਲਕੁਲ ਨਹੀਂ ਸੀ ਮੰਨਦੇ, ਕਹਿੰਦੇ ਇਹ ਲੈ ਚੈੱਕ, ਤੈਨੂੰ ਕਿੰਨੇ ਪੈਸੇ ਚਾਹੀਦੇ ਨੇ। ਮੈਂ ਕਿਹਾ ਨਹੀਂ, ਪੈਸੇ ਜਿਹੜਾ ਵਾਹਿਗੁਰੂ ਤੁਹਾਨੂੰ ਦਿੰਦਾ ਮੈਨੂੰ ਵੀ ਉਹੀ ਦੇਗਾ ਮਮਾ, ਇੱਕ ਵਾਰੀ ਟਰਾਈ ਕਰ ਲੈਣ ਦੋ, ਦੈਨ ਨੈਵਰ ਲੁਕਿੰਗ ਬੈਕ। ਫਿਰ ਬਸ ਮੇਰੇ ਹਸਬੈਂਡ ਕਹਿੰਦੇ ਮੈਂ ਤੇਰਾ ਨਾ ਬਾਇਓਡਾਟਾ ਬਣਾ ਕੇ ਬੜੀ ਗਲਤੀ ਕੀਤੀ, ਮਜ਼ਾਕ ਨਾਲ ਕਹਿੰਦੇ ਆ, ਬਟ ਨਾਓ ਜਦੋਂ ਮੇਰੇ ਮਦਰ ਇਨ ਲਾ 95 ਦੀ ਉਮਰ ਚ ਗੁਜ਼ਰੇ ਨੇ ਤੇ ਮੇਰਾ ਹੱਥ ਫੜ ਕੇ ਕਹਿੰਦੇ ਧੀਏ ਤੂੰ ਤਾਂ ਪੌੜੀ ਚੜਦੀ ਸੀ, ਮੈਂ ਖਿੱਚਦੀ ਸਾਂ, ਮੈਂ ਬਾਬੇ ਅੱਗੇ ਅਰਦਾਸਾਂ ਕਰਦੀ ਸਾਂ ਕਿ ਤੂੰ ਅੱਗੇ ਨਾ ਜਾਏ, ਪਰ ਤੇਰਾ ਬਾਬਾ ਡਾਢਾ ਨਿਕਲਿਆ। ਹੁਣ ਤੁਸੀਂ ਸਮਝ ਸਕਦੇ ਕਿ ਵੀ ਮੇਰੇ ਹਸਬੈਂਡ ਹੈ ਜਿਹੜੇ, ਉਹ ਮੈਨੂੰ ਹੁਣ ਅੱਜ ਵੀ ਜੇ ਮੈਂ ਇੱਥੇ ਬੈਠੀ ਹਾਂ ਤੇ ਉਹਨਾਂ ਦੇ ਸਦਕਾ ਹੀ ਬੈਠੀ ਹਾਂ। ਉਹਨਾਂ ਦੀ ਅੱਖ ਦਾ ਆਪਰੇਸ਼ਨ ਹੋਇਆ ਔਰ ਉਹਨਾਂ ਨੇ ਮੈਨੂੰ ਹਫ਼ਤੇ ਬਾਅਦ ਹੀ ਕਹਿਤਾ ਕੋਈ ਨਹੀਂ ਤੂੰ ਜਾ, ਤੂੰ ਇੱਕ ਕਮਿਟ ਕੀਤਾ ਹੋਇਆ ਕਿ ਮੈਂ ਆਵਾਂਗੀ ਤੇ ਤੈਨੂੰ ਜਾਣਾ ਚਾਹੀਦਾ, ਤੇ ਉਹਨਾਂ ਨੇ ਹੀ ਮੈਨੂੰ ਭੇਜਿਆ। ਸੋ ਇੱਕ ਅੰਡਰਸਟੈਂਡਿੰਗ ਲੈਵਲ ਹੈ, ਟਾਈਮ ਦੇ ਨਾਲ ਵੱਧਦਾ ਜਾਂਦਾ ਹੈ, ਤੇ ਉਹ ਜਿਹੜੀਆਂ ਸੋਸ਼ਲ ਆਬਸਟੇਕਲਸ ਹੁੰਦੀਆਂ ਮੈਨੂੰ ਲੱਗਦਾ ਜਦੋਂ ਮਨ ਚ ਠਾਣਿਆ ਹੋਏ ਤਾਂ ਫਿਰ ਉਹ ਹੌਲੀ ਹੌਲੀ ਆਪੇ ਖਤਮ ਹੋ ਜਾਂਦੀਆਂ। ਤੁਹਾਡੇ ਲਈ ਇੱਕ ਸ਼ੇਰ ਆ ਰਿਹਾ ਕਿ ਯਾਦ ਆ ਰਿਹਾ ਮੈਨੂੰ ਕਿ ਹਰ ਧਰਤੀ ਨੂੰ ਜਿੱਤ ਲੈਣਾ ਤੇ ਹਰ ਅੰਬਰ ਨੂੰ ਛੋਹ ਲੈਣਾ, ਉਹਨੂੰ ਵੀ ਆ ਗਿਆ ਕੱਲ ਸਮੇਂ ਦੀ ਨਬਜ਼ ਟੋਹ ਲੈਣਾ। ਤੁਸੀਂ ਸਮੇਂ ਦੀ ਨਬਜ਼ ਟੋਹਣੀ ਸਿੱਖੀ ਆਪਣੇ ਹਮਸਫਰ ਤੋਂ ਦਿਸ਼ਾ ਲੈ ਕੇ, ਆਪਣੀ ਤੁਹਾਡੇ ਮਤਲਬ ਮੈਂ ਕਹਾਂਗੀ ਇੱਕ ਨਾਰੀ ਆ ਜਿਹਨੇ ਤੁਹਾਨੂੰ ਵੀ ਪ੍ਰੇਰਿਤ ਕੀਤਾ, ਉਹ ਤੁਹਾਡੇ ਮਦਰ ਇਨ ਲਾ ਵੀ ਤੁਹਾਨੂੰ ਪ੍ਰੇਰਿਤ ਕੀਤਾ, ਉਹਨਾਂ ਨੇ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਥੋੜਾ ਉਹਨਾਂ ਮੈਨੂੰ ਸਪੋਰਟ ਕੀਤਾ ਹੈ ਨਾ, ਤੇ ਇਹ ਚੀਜ਼ਾਂ ਇਹ ਮੈਂ ਸਾਰੀਆਂ ਆਪਣੀਆਂ ਭੈਣਾਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਨਾ ਕਲੈਮਿਟੀਜ਼ ਕੋਲੋਂ ਵੀ ਸਬਕ ਸਿੱਖਿਆ। ਬਿਲਕੁਲ ਜਿੰਨੀਆਂ ਵੀ ਆਪਦਾਵਾਂ ਆਈਆਂ ਮੈਂ ਉਹਨਾਂ ਤੋਂ ਵੀ ਸਬਕ ਸਿੱਖਿਆ ਕਿ ਵੀ ਜੇ ਇਹ ਨਾ ਹੁੰਦਾ ਤੇ ਮੈਂ ਵੀ ਇਹ ਨਾ ਹੁੰਦੀ, ਰਾਈਟ। ਤਾਂ ਇਸ ਕਰਕੇ ਮੈਂ ਉਹਨਾਂ ਦੀ ਸਾਈਕੀ ਸਮਝਦੀ ਰਹੀ। ਤੁਸੀਂ ਬਹੁਤ ਸੋਹਣਾ ਸ਼ੇਅਰ ਬੋਲਿਆ ਕਿ ਨਬਜ਼ ਟੋਹ ਲੈਣੀ ਹੀ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ, ਔਰ ਸਾਨੂੰ ਸਾਰਿਆਂ ਨੂੰ ਟੋਹਣੀ ਵੀ ਪੈਂਦੀ ਹੈ। ਜਿਹਨੂੰ ਲੋਕੀ ਕਹਿੰਦੇ ਨਾ ਤ੍ਰਿਆ ਚਲਿੱਤਰ, ਤਾਂ ਮੈਨੂੰ ਸ਼ਸ਼ੀ ਸਮੁੰਦਰਾ ਦੀ ਉਹ ਗੱਲ ਚੇਤੇ ਆ ਜਾਂਦੀ ਹੈ ਕਿ ਬਈ ਜੇ ਮੈਂ ਤ੍ਰਿਆ ਚਲਿੱਤਰ ਨਾਰੀ ਹਾਂ ਤੇ ਤੂੰ ਕਿਹੜਾ ਘੋਗੜ ਕਾਂ ਹੈ ਨਾ। ਸਾਰਿਆਂ ਚ ਉਹੀ ਹੁੰਦੇ ਆ, ਨਬਜ਼ ਟੋਨ ਦੀ ਗੱਲ ਹੁੰਦੀ ਹੈ, ਆਦਮੀਆਂ ਚ ਵੀ ਹੁੰਦੇ ਆ, ਔਰਤਾਂ ਚ ਵੀ ਹੁੰਦੇ ਆ। ਤਾਂ ਮੈਂ ਵੀ ਖਰਗੋਸ਼ ਬਣ ਕੇ ਰਸਤੇ ਕੱਢੇ ਜਦੋਂ ਮੈਨੂੰ ਮੇਰੇ ਮਦਰ ਇਨ ਲਾ ਮਨਾ ਕਰਦੇ ਸਨ, ਤੇ ਉਦੋਂ ਉਹ ਕਹਿੰਦੇ ਸੀ ਗੁਰਬਾਣੀ ਚ ਬਹੁਤ ਕਮਿਟਡ ਸਨ, ਪਾਠ ਪੂਜਾ, ਬੜੀ ਨਰਮ ਦਿਲ ਔਰਤ ਸੀ। ਸਖਤ ਇਹ ਸੀ ਕਿ ਵੀ ਬਾਹਰ ਜ਼ਮਾਨਾ ਖਰਾਬ ਹੈ ਤੇ ਮੇਰੀ ਧੀ ਨੂੰ ਹਵਾ ਲੱਗ ਜਾਏਗੀ। ਤਾਂ ਉਹਨਾਂ ਨੇ ਆਣਾ ਤੇ ਮੈਂ ਸਿਰ ਇੰਜ ਇਹ ਹਮੇਸ਼ਾ ਰਹਿੰਦੀ ਸੀ ਮੇਰੇ ਕੋਲ, ਇੰਜ ਮੈਂ ਸਿਰ ਢੱਕਣਾ ਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਜਾਣਾ। ਤੇ ਜਦੋਂ ਉਹਨਾਂ ਨੇ ਜਾਣਾ ਤੇ ਮੈਂ ਅੰਗਰੇਜ਼ੀ ਦੀਆਂ, ਪੰਜਾਬੀ ਦੀਆਂ ਕਿਤਾਬਾਂ ਆਪਣੀਆਂ MA ਕਰਦੇ ਕਰਦੇ ਪੜ੍ਹਨਾ। ਤੇ ਉਹਨਾਂ ਦਿਨਾਂ ਚ ਨਾ ਇੱਕ ਮੇਰੇ ਕੋਲ ਕਿਤਾਬ ਸੀ ਸਿਮੋ ਦਾ ਬਿਵੋਇਰ ਦੀ, ਦ ਸੈਕਿੰਡ ਸੈਕਸ, ਤੇ ਇੱਕ ਸੀਗੀ ਉਹਦੀ ਸੈਕਸੁਅਲ ਟੈਕਸਟੁਅਲ ਪੋਲਿਟਿਕਸ। ਇਹ ਕਿਤਾਬਾਂ ਦੋ, ਤੇ ਉੱਤੇ ਮੈਂ 2 ਗੁਟਕੇ ਰੱਖੇ ਹੁੰਦੇ ਸੀ, ਤੇ ਇੱਕ ਪੰਜਾਬੀ ਸਾਹਿਤ ਦਾ ਇਤਿਹਾਸ। ਇਹ 5 ਕਿਤਾਬਾਂ ਮੇਰੇ ਤਿਆਰੀ ਕਰਨ ਵਾਸਤੇ ਨਾ ਕੋਲ ਪਈਆਂ ਰਹਿੰਦੀਆਂ ਸਨ। ਤੇ ਇੱਕ ਦਿਨ ਉਹ ਆਂਦੇ ਬੜੇ ਕੈਟ ਵਾਕਿੰਗ ਦੀ ਤਰ੍ਹਾਂ ਸੀਗੇ ਬਿੱਲੀ, ਤੇ ਉਹ ਅਚਾਨਕ ਮੇਰੇ ਕਮਰੇ ਚ ਆਏ ਤੇ ਮੇਰੇ ਹੱਥ ਵਿੱਚ ਦਾ ਸੈਕਿੰਡ ਸੈਕਸ ਸੀ ਤੇ ਮੈਂ ਪੜ੍ਹਦੀ ਪਈ ਸੀ। ਤੇ ਉਹਨਾਂ ਨੇ ਨਾ ਇੰਜ ਬੜਾ ਗੁੱਸੇ ਨਾਲ ਦੇਖ ਕੇ ਤੇ ਚਲੇ ਗਏ। ਤੇ ਘਰ ਆਏ ਤੇ ਮੇਰੇ ਹਸਬੈਂਡ ਨੂੰ ਕਹਿੰਦੇ ਹਾਏ ਲੋੜਾ ਲੱਗੀ, ਤਾਂ ਸੈਕਸ ਦੀਆਂ ਕਿਤਾਬਾਂ ਪੜ੍ਹਦੀ ਹੈ ਕੁੜੀ ਬੈਠ ਕੇ। ਮੇਰੇ ਹਸਬੈਂਡ ਦਾ ਹਾਸਾ ਨਿਕਲ ਗਿਆ। ਮੈਂ ਕਿਹਾ ਭਾਈ ਦੇਖੋ, ਅਸੀਂ 2 ਬੱਚੇ ਜੰਮ ਲਿੱਤੇ ਤੇ ਮਾਤਾ ਤੇ ਏਦਾਂ ਸੈਕਸ ਤੋਂ ਹੈਰਾਨ ਹੋ ਗਈ ਹੈ, ਪਰ ਇਹ ਸੈਕਸ ਦੀ ਕਿਤਾਬ ਨਹੀਂ ਹੈ, ਇਹ ਅਦਰ ਜੈਂਡਰ ਦੀ ਕਿਤਾਬ ਹੈ। ਤੇ ਉਹਨਾਂ ਨੂੰ ਤਾਂ ਸਮਝ ਆ ਗਈ, ਤਾਂ ਕਹਿੰਦੇ ਮਾਤਾ ਦਾ ਕਹਿੰਦੀ ਹੈ ਕਿ ਤੂੰ ਸੈਕਸ ਦੀਆਂ ਕਿਤਾਬਾਂ ਪੜ੍ਹਦੀ। ਮੈਂ ਕਿਹਾ ਜੇ ਪੜ੍ਹੀਆਂ ਵੀ ਹੋਣਗੀਆਂ ਤਾਂ ਉਹ ਵੀ ਤੁਸੀਂ ਉਹ ਲਿਆ ਕੇ ਦਿੱਤੀਆਂ ਹੋਣੀਆਂ, ਤੇ ਮਾਂ ਨੂੰ ਕਹੋਗੇ ਵੀ ਤੁਹਾਨੂੰ ਪੁੱਛੇ। ਤਾਂ ਇਸ ਤਰ੍ਹਾਂ ਸਭ ਤਰ੍ਹਾਂ ਦੇ ਰੰਗ ਜ਼ਿੰਦਗੀ 'ਚ ਦੇਖਣੇ ਪੈਂਦੇ ਆ, ਪਰ ਗੱਲ ਐਵੇਂ ਕਿ ਜਦੋਂ ਮਨ ਦੇ ਵਿੱਚ ਇੱਕ ਪਤਾ ਹੁੰਦਾ ਨਾ ਕਿ ਵੀ ਤੁਸੀਂ ਸਫ਼ਰ ਕਰਨਾ ਹੈ ਤੇ ਇਹ ਕੰਮ ਕਰਨਾ, ਤੇ ਸਹਿਜ ਨਾਲ ਕਰ ਲਓ, ਤੇ ਉਹਦੇ ਨਾਲ ਕੀ ਹੁੰਦਾ, ਪਰਿਵਾਰ ਵੀ ਨਹੀਂ ਟੁੱਟਦੇ ਤੇ ਤੁਹਾਡਾ ਆਪਣਾ ਆਪ ਵੀ ਨਹੀਂ ਟੁੱਟਦਾ। ਹਾਂ ਦੇਰ ਜ਼ਰੂਰ ਲੱਗਦੀ ਹੈ, ਮੈਨੂੰ ਦੇਰ ਲੱਗੀ ਹੈ, ਪਰ ਮੈਨੂੰ ਕਹਿੰਦੇ ਨਾ ਦੇਰ ਹੈ ਪਰ ਅੰਧੇਰ ਨਹੀਂ ਹੈ। ਸੋ ਮੈਨੂੰ ਇੱਥੇ ਮਿਲਿਆ ਸਭ ਕੁਝ।
ਮੈਮ ਬਹੁਤ ਸਾਰੇ ਪਾਰਟਿਸਪੈਂਟ, ਬਹੁਤ ਸਾਰੇ ਚਿੰਤਕ, ਸਾਹਿਤਕਾਰ ਸਾਡੇ ਨਾਲ ਜੁੜੇ ਹੋਏ ਆ। ਮੈਂ ਦੱਸਣਾ ਚਾਹਾਂਗੀ ਅਵਤਾਰ ਸਿੰਘ ਢਿੱਲੋਂ ਜੀ ਸਾਡੇ ਨਾਲ ਨੇ, ਸੁਨੀਲ ਚੰਡਿਆਲਵੀ ਜੀ ਸਾਡੇ ਨਾਲ ਨੇ, ਡਾਕਟਰ ਬਲਜੀਤ ਕੌਰ ਰਿਆੜ ਜਿਹੜੇ ਕਿ ਬਹੁਤ ਵਧੀਆ ਚਿੰਤਕ ਆਲੋਚਕ ਨੇ ਇਸ ਵੇਲੇ ਪੰਜਾਬੀ ਦੇ ਵਿੱਚ ਸਾਡੇ ਨਾਲ ਨੇ, ਡਾਕਟਰ ਸਤਿੰਦਰ ਕਾਲੋਂ ਸਾਡੇ ਨਾਲ ਨੇ, ਡਾਕਟਰ ਅਮਰ ਜੋਤੀ ਮਾਂਗਟ ਇੰਡੀਆ ਤੋਂ ਨਾਲ ਨੇ, ਡਾਕਟਰ ਅਨੀਸ਼ ਗਰਗ ਜੀ, ਹਰਸ਼ਰਨ ਕੌਰ ਜੀ, ਜਗੀਰ ਸਿੰਘ ਕਾਲੋਂ ਜੀ ਜਿਹੜੇ ਕਿ ਹਮੇਸ਼ਾ ਸਿਰਜਣਾ ਦੇ ਆਰ-ਪਾਰ ਪ੍ਰੋਗਰਾਮ ਦੇ ਬੜੇ ਹੀ ਗੰਭੀਰ ਸਰੋਤੇ, ਦਰਸ਼ਕ ਤੇ ਆਪਣੀ ਟਿੱਪਣੀਕਾਰ ਨੇ, ਉਹਨਾਂ ਦਾ ਵੀ ਸਵਾਗਤ ਬਹੁਤ। ਕਲਮਾਂ ਦੇ ਰੂਬਰੂ ਜੇ ਕੁਲਦੀਪ ਸਾਡੇ ਨਾਲ ਨੇ, ਮਨਜੀਤ ਕੌਰ ਧੀਮਾਨ ਜੀ, ਨਰਿੰਦਰ ਕੌਰ ਪੱਚੂ ਜੀ ਸਾਡੇ ਨਾਲ ਨੇ, ਔਰ ਜਿਹੜਾ OFC ਕੈਨੇਡਾ ਤੋਂ ਰਵਿੰਦਰ ਸਿੰਘ ਜੀ ਸਾਡੇ ਨਾਲ ਨੇ, ਪਿਆਰਾ ਸਿੰਘ ਖੁਦੋਵਾਲ ਜੀ ਜਿਹੜੇ ਸਾਡੇ ਆਪਣੇ ਹੀ ਸਿਰਜਣਾ ਦੇ ਆਰ-ਪਾਰ ਪ੍ਰੋਗਰਾਮ ਦੇ ਪ੍ਰਬੰਧਕਾਂ ਚੋਂ ਨੇ, ਪੁਸ਼ਵਿੰਦਰ ਕੌਰ ਸਾਡੇ ਨਾਲ ਨੇ, ਰਾਜਵੀਰ ਕੌਰ ਗਰੇਵਾਲ ਜੀ, ਰਵਿੰਦਰ ਕੌਰ ਭਾਟੀਆ ਜੀ, ਤੇ ਸਾਡੇ ਬਹੁਤ ਹੀ ਪਿਆਰੇ ਮੈਡਮ ਸਰਬਜੀਤ ਸੋਲ ਜੀ, ਵਰਿੰਦਰ ਸਿੰਘ ਵਿਰਦੀ ਜੀ, ਗੁਰਚਰਨ ਸਿੰਘ ਜੋਗੀ ਜੀ ਤੇ ਭੋਲੀ ਬਰਾੜ ਜੀ ਸਾਡੇ ਨਾਲ ਨੇ। ਇਹਨਾਂ ਸਾਰਿਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਜੋ ਇੰਨੀ ਖੂਬਸੂਰਤੀ ਨਾਲ ਮੈਮ ਜੋ ਤੁਸੀਂ ਸਾਨੂੰ ਸਰਚਾਰ ਕੀਤਾ, ਆਪਣੇ ਜਿਹੜੇ ਸਾਡਾ ਅੰਦਾਜ਼ ਦੇ ਬਿਆਨ ਤੁਹਾਡਾ ਬਹੁਤ ਖੂਬ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਬਹੁਤ ਅੱਛਾ ਲੱਗ ਰਿਹਾ, ਗੱਲਬਾਤ ਕਰਦੇ ਇਹ ਦਿਲ ਕਰ ਰਿਹਾ। ਤੇ ਮੈਂ ਤੁਹਾਡੀ ਜਾਣਕਾਰੀ ਲਈ ਬਹੁਤ ਬਣਾਈ ਸੀ PDF, ਪਰ ਕੁਝ ਮੈਨੂੰ ਨਾ ਟੈਕਨੋਲੋਜੀ ਦਗਾ ਦੇਗੀ, ਸਾਨੂੰ ਨਾ ਬਹੁਤਾ ਜ਼ਿਆਦਾ ਸਾਨੂੰ ਇਹ ਚਲਾਉਣੀਆਂ ਨਹੀਂ ਆਉਂਦੀਆਂ ਚੀਜ਼ਾਂ, ਕੁਝ ਕਈ ਵਾਰੀ ਹੋ ਜਾਂਦਾ। ਤਾਂ ਮੈਂ ਆਪਣੇ ਪਿਆਰੇ ਸਾਰੇ ਸਾਥੀਆਂ ਨੂੰ ਦੱਸਣਾ ਚਾਹਾਂਗੀ ਕਿ ਮੈਡਮ ਨੇ 70 ਰੇਡੀਓ ਪ੍ਰੋਗਰਾਮ ਤੇ 60 TV ਪ੍ਰੋਗਰਾਮ ਕੀਤੇ ਆ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਲਗਾਤਾਰ ਪੰਜਾਬੀ ਸਾਹਿਤ ਚੇਤਨਾ ਦੀ ਗੱਲ ਕੀਤੀ ਹੈ, ਤੇ ਇਹਨਾਂ ਨੂੰ ਬਹੁਤ ਸਾਰੇ ਤੁਹਾਨੂੰ ਅਵਾਰਡ ਮਿਲੇ ਆ ਮੈਡਮ। ਜੇ ਤੁਹਾਡੇ ਅਵਾਰਡ ਦੀ ਗੱਲ ਕਰੀਏ ਤੇ ਬੜੀ ਲੰਬੀ ਇੱਕ ਲਿਸਟ ਆ ਜਿਹੜੀ ਤੁਹਾਨੂੰ ਬਤੌਰ ਪ੍ਰਬੰਧਕਾ, ਬਤੌਰ ਅਹੁਦੇਦਾਰ, ਬਤੌਰ ਮੈਂਬਰ ਤੁਹਾਨੂੰ ਅਵਾਰਡ ਮਿਲੇ ਆ। ਤੁਹਾਨੂੰ ਸਾਹਿਤ ਅਕਾਦਮੀ ਦਾ ਸਭ ਤੋਂ ਜਿਹੜਾ ਵੱਡਾ ਪੁਰਸਕਾਰ ਅਸੀਂ ਕਹਿੰਦੇ ਆ ਉਹ ਮਿਲਿਆ ਆ ਘੜੀਆਂ ਪਹਿਰ ਤੇ, ਤੁਹਾਡੀ ਪੁਸਤਕ ਕਾਲ ਪਹਿਰ ਤੇ ਘੜੀਆਂ ਤੇ ਮਿਲਿਆ ਸੀ 2010 ਦੇ ਵਿੱਚ ਹੈ ਜੀ। ਤੇ ਉਸ ਅਵਾਰਡ ਤੋਂ ਬਾਅਦ ਤੁਸੀਂ ਸਾਹਿਤ ਰਚਨਾ ਦੇ ਵਿੱਚ ਮਹਿਸੂਸ ਕਰਦੇ ਹੋ ਕਿ ਇੱਕ ਸਾਹਿਤਕਾਰ ਨੂੰ ਸ਼ਾਬਾਸ਼ੀ ਚਾਹੀਦੀ ਹੁੰਦੀ ਹੈ, ਤੇ ਉਹ ਸ਼ਾਬਾਸ਼ੀ ਇਨਾਮਾਂ ਸਨਮਾਨਾਂ ਦੇ ਰੂਪ ਚ ਹੋਏ ਜਾਂ ਸਰੋਤਿਆਂ ਦਾ, ਦਰਸ਼ਕਾਂ ਦਾ ਪਿਆਰ, ਸਾਰਾ ਕੁਝ ਨਾਲ ਨਾਲ ਚੱਲੇ ਤੇ ਬਿਹਤਰ ਹੈ। ਦੇਖੋ, ਸਰੋਤਿਆਂ ਤੋਂ ਬਿਨਾਂ ਸਾਹਿਤਕਾਰ ਕੁਛ ਨਹੀਂ ਹੈ। ਉਹ ਤਾਂ ਦੇਖੋ, ਸਾਹਿਤਕਾਰ ਜਦੋਂ ਵੀ ਲਿਖਦਾ ਹੈ ਆਪਣੇ ਇੱਕ ਪੈਸ਼ਨ ਕਰਕੇ ਲਿਖ ਲੈਂਦਾ ਹੈ, ਲੇਕਿਨ ਜੇ ਉਹਦਾ ਕੋਈ ਸਰੋਤਾ ਨਾ ਹੋਏ ਜਾਂ ਦਰਸ਼ਕ ਨਾ ਹੋਏ ਤਾਂ ਉਹਦਾ ਹੌਸਲਾ ਹੌਲੀ ਹੌਲੀ ਮੈਨੂੰ ਲੱਗਦਾ ਢਹਿ ਜਾਂਦਾ ਹੈ। ਉਹਨੂੰ ਆਪਣੇ ਆਪ ਤੇ ਵੀ ਪਤਾ ਨਹੀਂ, ਯਕੀਨ ਨਹੀਂ ਰਹਿੰਦਾ ਕਿ ਪਤਾ ਨਹੀਂ ਮੈਂ ਕੁਝ ਠੀਕ ਕਰ ਵੀ ਰਿਹਾ ਕਿ ਨਹੀਂ। ਇਸ ਕਰਕੇ ਸਭ ਤੋਂ ਵੱਡਾ ਜਿਹੜਾ ਅਵਾਰਡ ਹੁੰਦਾ ਹੈ ਉਹ ਸਾਡਾ ਪਾਠਕ ਹੁੰਦਾ ਹੈ, ਸਾਡਾ ਸਰੋਤਾ ਹੁੰਦਾ ਹੈ, ਸਾਡਾ ਦਰਸ਼ਕ ਹੁੰਦਾ ਹੈ। ਇਸ ਤੋਂ ਵੱਡਾ ਦੁਨੀਆ 'ਚ ਕੋਈ ਪੁਰਸਕਾਰ ਨਹੀਂ ਹੈ। ਤੇ ਬਾਕੀ ਜਿਹੜੇ ਪੁਰਸਕਾਰ ਮਿਲਦੇ ਆ ਇਹ ਤੁਹਾਡੀ ਹੌਸਲਾ ਵਜ਼ਾਈ ਕਰਦੇ ਆ। ਜਦੋਂ ਸਭ ਤੋਂ ਪਹਿਲੀ ਵਾਰੀ ਛੋਟਾ ਜਿਹਾ ਅਵਾਰਡ ਮਿਲਿਆ ਸੀਗਾ ਮੈਨੂੰ, ਗੋਲਡ ਮੈਡਲ ਮਿਲਿਆ ਸੀਗਾ ਪੜ੍ਹਾਈ ਦੇ ਵਿੱਚ, ਉਦੋਂ ਮੈਨੂੰ ਲੱਗਾ ਕਿ ਵੀ ਚਲੋ ਮੇਰੇ 'ਚ ਕੁਝ ਸਮਰੱਥਾ ਹੈ ਕਿ ਜੇ ਮੈਂ 20 ਸਾਲ ਪਹਿਲਾਂ ਪੰਜਾਬੀ ਨਹੀਂ ਸੀ ਪੜ੍ਹੀ, ਜੇ 4 ਸਾਲ ਸਾਰੀ 40 ਸਾਲ ਦੀ ਉਮਰ ਤੱਕ ਮੈਂ 4 ਸਾਲ ਪੰਜਾਬੀ ਪੜ੍ਹੀ ਹੋਈ ਹੈ, ਤੇ ਫਿਰ ਵੀ ਜੇ ਮੈਨੂੰ ਗੋਲਡ ਮੈਡਲ ਮਿਲ ਗਿਆ MA ਕਰਕੇ, ਤਾਂ ਇਟ ਮੀਨਸ ਕਿ ਮੈਂ ਪੰਜਾਬੀ 'ਚ ਕੁਝ ਕਰ ਸਕਦੀ ਹਾਂ। ਮੈਨੂੰ ਤਾਂ ਜਿਹੜੀ ਜਦੋਂ ਮੈਂ ਠੇਠ ਪੰਜਾਬ ਦੀ ਰਹਿਤਲ ਦੀਆਂ ਜਾਂ ਕਿਸਾਨੀ ਜਿਹੜੇ ਉਪਨਿਆਸ ਪੜ੍ਹਨੀਆਂ, ਆਪਣਾ ਗੁਰਦਿਆਲ ਸਿੰਘ ਦੇ ਜਾਂ ਜਸਵੰਤ ਸਿੰਘ ਕੰਵਲ ਦੇ, ਤਾਂ ਉਹ ਮੈਨੂੰ ਠੇਠ ਪੰਜਾਬੀ 'ਚ ਬਹੁਤ ਕੁਝ ਸਿੱਖਣ ਨੂੰ ਮਿਲਿਆ। ਤਾਂ ਉਹ ਕਿਉਂਕਿ ਮੈਂ ਤਾਂ ਕਦੀ ਪਿੰਡ ਵੀ ਨਹੀਂ ਵੇਖੇ, ਮੈਂ ਤਾਂ ਸ਼ਹਿਰ ਦੀ ਜੰਮਪਲ ਤੇ ਮਹਾਨਗਰੀ 'ਚ ਆ ਗਈ। ਤਾਂ ਇਹ ਮੇਰਾ ਜਿਹੜਾ ਪੰਜਾਬੀ ਦਾ ਜੋ ਵੀ ਸਰਮਾਇਆ ਹੈ ਇਹ ਮੈਨੂੰ ਪੜ੍ਹ ਕੇ ਮਿਲਿਆ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਚਾਹੇ ਉਹ ਦਸ਼ਮ ਗ੍ਰੰਥ ਪੜ੍ਹਿਆ, ਚਾਹੇ ਮੈਂ ਪੰਜਾਬੀ ਦੇ ਰਾਈਟਰਸ ਨੂੰ ਪੜ੍ਹਿਆ, ਤੇ ਇਹ ਸਾਰੀ ਉਹਨਾਂ ਦੀ ਦੇਣ ਹੈ ਕਿ ਜੋ ਵੀ ਮੈਂ ਕਹਿ ਰਹੀ ਹਾਂ ਉਹਨਾਂ ਦੇ ਸ਼ਬਦ ਹੈ ਜਿਹੜੇ ਕਿ ਮੈਂ ਤਾਂ ਸਿਰਫ ਉਧਾਰੇ ਲਿੱਤੇ ਨੇ ਤੇ ਉਹਨਾਂ ਨੂੰ ਨਵੇਂ ਤਰੀਕੇ ਨਾਲ ਨਿੱਠ ਕਰਕੇ ਤੇ ਤੁਹਾਨੂੰ ਦੇ ਰਹੀ ਹਾਂ। ਇਸ ਕਰਕੇ ਮੈਨੂੰ ਲੱਗਦਾ ਕਿ ਇਨਾਮ ਸਨਮਾਨ ਵੀ ਜਿਹੜੇ ਨੇ ਇਹ ਮੇਰੇ ਨਹੀਂ ਨੇ, ਇਹ ਸਾਰੇ ਸ਼ਬਦ ਦੇ ਨੇ, ਸ਼ਬਦ ਗੁਰੂ ਦੇ ਨੇ, ਇਹਨਾਂ ਰਾਈਟਰਸ ਦੇ ਨੇ ਇਨਾਮ, ਜਿਨ੍ਹਾਂ ਨੂੰ ਪੜ੍ਹ ਕੇ ਮੈਂ ਤਾਂ ਖੁਦ ਇਨਾਮ ਲੈਣ ਜੋਗੀ ਹੋਈ ਹਾਂ। ਤਾਂ ਇਸ ਕਰਕੇ ਇਨਾਮ ਬੜੇ ਚੰਗੇ ਵੀ ਲੱਗਦੇ ਨੇ। ਬਾਕੀ ਖੁਸ਼ੀ ਜਿਹੜੀ ਹੈ ਹੁੰਦੀ ਹੈ, ਪਰ ਇਹਨਾਂ ਨੂੰ ਹੀ ਸਭ ਕੁਝ ਨਹੀਂ ਸਮਝ ਲੈਣਾ ਚਾਹੀਦਾ, ਕਿਉਂਕਿ ਇਹ ਤਾਂ ਇੱਕ ਪਲੈਕ ਹੈ, ਇੱਕ ਸ਼ਾਲ ਹੈ ਤੇ ਕੁਝ ਰਾਸ਼ੀ ਹੈ।
ਹਾਂ ਇਹਦੇ ਪਿੱਛੇ ਜਿਹੜੀ ਸਪਿਰਿਟ ਪਈ ਹੁੰਦੀ ਹੈ, ਔਰ ਅੱਜ ਕੱਲ ਜਿਹੜੇ ਅਸੀਂ ਇਨਾਮਾਂ ਸਨਮਾਨਾਂ ਦੇ ਪਿੱਛੇ ਦੀ ਪੋਲਿਟਿਕਸ ਦੇਖਨੇ ਆ, ਕਈ ਨਾਰਾਜ਼ ਹੁੰਦੇ ਆ, ਕਈ ਖੁਸ਼ ਹੁੰਦੇ ਆ, ਇਹ ਸਭ ਕੁਝ ਚੱਲਦਾ ਰਹਿੰਦਾ ਹੈ। all things go hand to hand। ਬਹੁਤ ਅੰਤਰਰਾਸ਼ਟਰੀ ਪੱਧਰ ਦੇ ਤੁਹਾਡੇ ਬਹੁਤ ਸਾਰੇ ਅਵਾਰਡ ਹੈ, ਜਿਵੇਂ ਇਹ ਆਪਾ ਵੱਲੋਂ ਤੁਹਾਨੂੰ ਮਿਲਿਆ ਆ ਪਿਆਰਾ ਸਿੰਘ ਗਿੱਲ ਅਤੇ ਕਰਮ ਸਿੰਘ ਸੰਧੂ ਮੈਮੋਰੀਅਲ ਅੰਤਰਰਾਸ਼ਟਰੀ ਸ਼੍ਰੋਮਣੀ ਸਾਹਿਤਕਾਰ। ਮਤਲਬ ਮੈਨੂੰ ਲੱਗਦਾ ਕਿ ਸਾਰੇ ਜਾਣਦੇ ਹੀ ਆ, ਮੈਂ ਇਸ ਕਰਕੇ ਕਿਉਂਕਿ ਕਈ ਵਾਰੀ ਕੁਝ ਸਾਡੇ ਇਹੋ ਜਿਹੀ ਸ਼ਖਸੀਅਤਾਂ ਹੁੰਦੀਆਂ ਬਹੁਤ ਜ਼ਿਆਦਾ ਜਾਣ ਪਛਾਣ ਦੀਆਂ ਮੁਤਾਜ ਨਹੀਂ ਹੁੰਦੀਆਂ, ਤਾਂ ਮੈਂ ਤਾਂ ਅਸੀਂ ਗਿਣਦੇ ਆ ਕਿ ਤੁਹਾਡੀ ਜਾਣਕਾਰੀ, ਤੁਹਾਡੇ ਸ਼ਬਦ ਨੇ, ਤੁਹਾਡੀ ਜਿਹੜਾ ਅਨੁਵਾਦ ਦਾ ਮੈਨੂੰ ਸਾਹਿਤ ਅਕੈਡਮੀ ਦਾ ਅਨੁਵਾਦ ਦਾ ਇਨਾਮ ਮਿਲਿਆ ਤੇ ਕ੍ਰੀਏਟਿਵ ਰਾਈਟਿੰਗ ਦਾ ਵੀ, ਇਹ ਦੋਨੋਂ ਇਨਾਮ ਮਿਲਨੇ ਮੇਰੇ ਲਈ ਬਹੁਤ ਫਖਰ ਵਾਲੀ ਗੱਲ ਸੀ। ਪਰ ਨਾਲ ਹੀ ਜਿਹੜਾ ਸੈਂਟਰਲ ਇੰਸਟੀਚਿਊਟ ਆਫ ਇੰਡੀਅਨ ਲੈਂਗੁਏਜਸ ਮੈਸੂਰ ਹੈ, ਮਾਨਸ ਗੰਗੋਤਰੀ, ਉਹਨਾਂ ਨੇ ਜਦੋਂ ਮੈਨੂੰ ਸੀਤਾਕਾਂਤ ਮਹਾਪਾਤਰਾ ਦੇ ਕੰਮ ਦੇ ਉੱਤੇ ਇਨਾਮ ਦਿੱਤਾ ਅਨੁਵਾਦ ਦਾ, ਤੇ ਮੇਰੇ ਲਈ ਉਹ ਵੀ ਬੜਾ ਸੁਖਦ ਸੀਗਾ ਕਿ ਵੀ ਮੈਂ ਉੜੀਆ ਦੇ ਰਾਈਟਰ ਨੂੰ ਜਦੋਂ ਪੰਜਾਬੀ ਚ ਲੈ ਕੇ ਆਈ ਹਾਂ ਤਾਂ ਉਹ ਵੀ ਸਾਰਿਆਂ ਨੂੰ ਬੜਾ ਪਸੰਦ ਆਇਆ। ਤੇ ਜਦੋਂ ਇਨਾਮਾਂ ਸਨਮਾਨਾਂ ਦੇ ਨਾਲ ਖਾਸ ਕਰਕੇ ਅਨੁਵਾਦ ਦੇ ਜਦੋਂ ਕੀਤੇ, ਤਾਂ ਮੈਨੂੰ ਇੱਕ ਗੱਲ ਹਮੇਸ਼ਾ ਚੇਤੇ ਰਹਿੰਦੀ ਹੈ, ਜਦੋਂ ਦੂਜੀਆਂ ਭਾਸ਼ਾ ਚੋਂ ਕਰਦੇ ਆ ਨਾ ਤੇ ਲੋਕ ਬਹੁਤ ਇੰਸਪਾਇਰ ਹੁੰਦੇ ਆ। ਤਾਂ ਸਾਡਾ ਇੱਕ ਸ਼ਾਇਰ ਹੈ ਮਿੰਦਰ, ਮੈਂ ਜਦੋਂ ਉਹਦੇ ਤੇ ਕੰਮ ਕੀਤਾ ਨਾ, ਸ਼੍ਰੀ ਰਾਧਾ ਰਮਾਕਾਂਤ ਰਥ ਦਾ ਉੜੀਆ ਪੋਇਟਰੀ ਸੀਗੀ ਐਪਿਕ, ਤਾਂ ਉਹ ਜਦੋਂ ਅਨੁਵਾਦ ਕਰਕੇ ਮੈਂ ਲਿਆਂਦੀ ਨਾ, ਤੇ ਕਹਿੰਦੇ ਮਿੰਦਰ ਮੈਨੂੰ ਕਹਿੰਦੇ, ਸਾਨੂੰ ਇੱਥੇ ਕੈਨੇਡਾ ਚ ਹੀ ਮਿਲੇ ਸਨ ਇੱਕ ਵਾਰੀ ਗੈਟ ਟੂਗੈਦਰ ਚ, ਤੇ ਕਹਿੰਦੇ ਵਨੀਤਾ ਉਹ ਪੜ੍ਹ ਕੇ ਮੈਨੂੰ ਇੰਨਾ ਮਤਲਬ ਕਿ ਮੈਂ ਹੋਇਆ ਇਨਸਪਾਇਰ, ਮੈਂ ਕ੍ਰਿਸ਼ਨ ਦਾ ਵੱਡੀ ਕਵਿਤਾ ਉਸੇ ਦਿਨ ਹੀ ਬੈਠ ਕੇ ਲਿਖ ਲਈ। ਸੋ ਕਈ ਵਾਰੀ ਇਸ ਤਰ੍ਹਾਂ ਹੁੰਦਾ, ਤੇ ਇਹ ਇਨਾਮ ਸਨਮਾਨ ਫਿਰ ਮੈਨੂੰ ਲੱਗਾ ਕਿ ਮੈਨੂੰ ਸਹੀ ਚੀਜ਼ ਤੇ ਜਦੋਂ ਮਿਲਦਾ ਤੇ ਬੜੀ ਖੁਸ਼ੀ ਹੁੰਦੀ ਹੈ। ਬਹੁਤ ਖੂਬਸੂਰਤ ਮੈਮ। ਜਾਂਦੇ ਜਾਂਦੇ ਅਸੀਂ, ਤੁਸੀਂ ਕਿਹਾ ਕਿ ਰਚਨਾਵਾਂ ਤੁਹਾਡੇ ਇਸ ਤਰ੍ਹਾਂ ਚੇਤੇ ਚ ਨਹੀਂ ਹੈਗੀਆਂ ਤੇ ਕਿਤਾਬ ਪੁਸਤਕ ਤੁਹਾਡੇ ਕੋਲ ਨਹੀਂ ਹੈ ਇਸ ਵੇਲੇ, ਇਸ ਕਰਕੇ ਅਸੀਂ ਉਸ ਪੱਖੋਂ ਕੋਈ ਨਹੀਂ, ਅਸੀਂ ਤੁਹਾਨੂੰ ਸਵਾਲ ਨਹੀਂ ਕਰਦੇ। ਭਵਿੱਖ ਦੀਆਂ ਯੋਜਨਾਵਾਂ, ਛੋਟੀਆਂ ਨਜ਼ਮਾਂ ਤਾਂ ਮੈਨੂੰ ਯਾਦ ਰਹਿੰਦੀਆਂ, ਪਰ ਬਹੁਤ ਵੱਡੀਆਂ ਵਾਲੀਆਂ ਫਿਰ ਮੈਂ ਚੇਤੇ ਭੁੱਲ ਜਾਂਦੀ ਹਾਂ। ਜਿਵੇਂ ਵੀ ਠੀਕ ਉਹਦਾ ਸਮਝ ਟਾਈਮ ਟੁੱਟ ਜਾਂਦਾ। ਹਾਂ ਛੋਟੀਆਂ ਇੱਕ ਦੋ ਸੁਣਾ ਦਿਓ। ਦੇਖੋ ਬਈ, ਤੁਸੀਂ ਮੈਨੂੰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਕੀਤੀਆਂ ਨਾ, ਤੇ ਉਹ ਜ਼ਿਆਦਾ ਸੀਗੀਆਂ ਕਿ ਅੱਜ ਦੇ ਮਾਹੌਲ ਬਾਰੇ, ਤੇ ਇੱਕ ਮੈਂ ਛੋਟੀ ਜਿਹੀ ਨਜ਼ਮ ਅੱਜ ਦੇ ਮਾਹੌਲ ਬਾਰੇ, ਔਰ ਇੱਕ ਜਿਹੜੀ ਮੈਨ ਵਿਮਨ ਰਿਲੇਸ਼ਨਸ ਹੈ ਉਹਨਾਂ ਬਾਰੇ, ਦੋ ਛੋਟੀਆਂ ਨਜ਼ਮਾਂ ਨਾਲ ਆਪਣੀ ਗੱਲ ਖਤਮ ਕਰਾਂਗੀ। ਕਿ ਜੰਗ ਵਿੱਚ ਕਵਿਤਾ ਕੁਝ ਨਹੀਂ ਕਰਦੀ, ਕੇਵਲ ਵੇਖਦੀ ਹੈ, ਸੋਚਦੀ ਹੈ, ਮਹਿਸੂਸ ਕਰਦੀ ਹੈ ਬੜੀ ਸ਼ਿੱਦਤ ਨਾਲ ਉਸ ਤਬਾਹੀ ਨੂੰ ਜੋ ਹੁੰਦੀ ਖਤਰਨਾਕ ਹਥਿਆਰਾਂ ਸੰਗ। ਪਰ ਹਥਿਆਰ ਨਹੀਂ ਹੁੰਦੇ ਖਤਰਨਾਕ, ਹਥਿਆਰਾਂ ਤੋਂ ਵੱਧ ਖਤਰਨਾਕ ਹੁੰਦੀ ਹੈ ਮੱਥੇ ਦੀ ਸੋਚ। ਬਹੁਤ ਅੱਛਾ। ਅੱਖ ਵਿੱਚ ਤਬਾਹੀ ਦਾ ਜਹਾਦ, ਹਰਾਉਣ ਦਾ ਸਵਾਦ, ਤਬਾਹੀ ਉੱਪਰ ਜਿੱਤ ਦਾ ਜਸ਼ਨ। ਸੋ ਅਜਿਹੇ ਸਮਿਆਂ ਵਿੱਚ ਕਵਿਤਾ ਆਪਣੇ ਕੀਮਾ ਹੋਈਆਂ ਅਸਥੀਆਂ ਨੂੰ ਧਰਦੀ ਹੈ ਬਰੂਦ ਸਾਵੇਂ, ਸੰਗੀਨ ਸਾਵੇਂ। ਅਜਿਹੇ ਸਮਿਆਂ ਵਿੱਚ ਕਵਿਤਾ ਕੁਝ ਨਹੀਂ ਕਰਦੀ। ਅੱਜ ਅਸੀਂ ਸਾਰੀ ਦੁਨੀਆ ਦੇ ਵਿੱਚ ਜਿਹੜੀ ਵਾਰਸ ਦੇ ਰਿਐਕਸ਼ਨਸ ਦੇਖ ਰਹੇ ਹਾਂ, ਰੋਜ਼ ਖਬਰਾਂ ਲਾਓ, ਇਹ ਕਿਲਿੰਗਸ ਔਰ ਵਾਰਸ, ਰੂਸ ਔਰ ਯੂਕਰੇਨ, ਕਿਤੇ ਕਿਤੇ ਸਭ ਤਰ੍ਹਾਂ, ਉਧਰ ਅਫਗਾਨਿਸਤਾਨ, ਈਰਾਨ, ਕੁਝ ਵੀ ਕਾਰਨ ਹੋਣ, ਤਾਂ ਇਹ ਚੀਜ਼ਾਂ ਇੱਕ ਸ਼ਾਇਰ ਮਨ ਨੂੰ ਪੇਨ ਕਰਦੀਆਂ। ਤੇ ਜਿਹੜੀ ਜੰਗ ਹੈ, ਅਸਲ ਦੇ ਵਿੱਚ ਜੰਗ ਇੱਕ ਮੈਟਾਫਰ ਹੈ ਕਿ ਵੀ ਜੰਗ ਐਕਚੁਅਲੀ ਸ਼ਬਦ ਦੀ ਵੀ ਹੋ ਸਕਦੀ ਹੈ। ਇਹਨਾਂ ਜੰਗ ਤੁਸੀਂ ਇੱਕ ਸੰਵਾਦ ਚ ਵੀ ਬਦਲ ਸਕਦੇ ਹੋ, ਸ਼ਬਦਾਂ ਦੇ ਨਾਲ ਵੇ ਆਊਟ ਨਿਕਲ ਸਕਦੇ ਨੇ। ਤਾਂ ਇਹਨੂੰ ਲੈ ਕੇ ਤੇ ਜਿਹੜੇ ਇੱਕ ਮੈਨ ਵੂਮਨ ਹੈ ਜਿਹੜਾ, ਇਹਨੂੰ ਬਾਈਨਰੀ ਆਪੋਜੀਸ਼ਨ ਵਾਸਤੇ ਮੈਂ ਇੱਕ ਕਵਿਤਾ ਤਕਰੀਬਨ ਹਰ ਪਲੇਟਫਾਰਮ ਤੇ ਸਾਂਝੀ ਕਰਦੀ ਹਾਂ, ਕਿਉਂਕਿ ਫੈਮਿਨਿਜ਼ਮ ਦਾ ਜਿਹੜਾ ਮੇਨ ਰੀਜ਼ਨ ਹੈ, ਧਰਾਤਲ ਹੈ, ਉਹ ਤਾਂ ਮੈਨ ਵੂਮਨ ਨਹੀਂ ਹੈ,
ਇਹ ਤੇ ਬਾਈਨਰੀ ਆਪੋਜੀਸ਼ਨਸ ਹੈ। ਤਾਂ ਇਹਨਾਂ ਦੇ ਸਾਡਾ ਸਮਾਜ, ਸੱਭਿਆਚਾਰ, ਪੋਲਿਟਿਕਸ, ਕਾਨੂੰਨ, ਇਹ ਚੀਜ਼ਾਂ ਸਾਰੀਆਂ ਜਿਹੜੀਆਂ ਇਹ ਉਹਨਾਂ 'ਚ ਵਖਰੇਵੇਂ ਪੈਦਾ ਕਰਦੀਆਂ ਤੇ ਇਹਨਾਂ ਨੂੰ ਸਮਝਣ ਦੀ ਲੋੜ ਹੈ। ਤੇ ਇਹਨੂੰ ਆਧਾਰ ਬਣਾ ਕੇ ਤਾਂ ਮੈਂ ਜਿਹੜੀ ਕਵਿਤਾ ਹੈ ਕਿ ਮੇਰੀ ਜੰਗ ਆਦਮੀ ਨਾਲ ਨਹੀਂ, ਆਦਮੀ ਦੇ ਮੱਥੇ 'ਚ ਹੁੰਕਾਰ ਦੇ ਸੱਪ ਨਾਲ ਹੈ, ਸੱਪ ਦੇ ਡੰਗ ਨਾਲ ਹੈ। ਮੇਰੀ ਜੰਗ ਸਾਗਰ ਨਾਲ ਨਹੀਂ, ਸਾਗਰ 'ਚ ਬਣਦੇ ਭੰਵਰ ਸੰਗ ਹੈ, ਜੋ ਮਾਸੂਮ ਜਹਾਜ਼ਾਂ ਨੂੰ ਬਾਦਬਾਨਾਂ ਸੰਗ ਡੁਬੋਂਦਾ ਹੈ। ਮੇਰੀ ਜੰਗ ਹਾਥੀ ਨਾਲ ਨਹੀਂ, ਹਾਥੀ ਦੀ ਅੱਖ 'ਚ ਵਸਦੇ ਕਾਮ ਸੰਗ ਹੈ, ਜੋ ਗੱਡੇ 'ਚ ਪਈ ਕਾਗਜ਼ ਦੀ ਹਥਣੀ ਨੂੰ ਵੇਖ ਕੇ ਵੀ ਮੱਚ ਉੱਠਦਾ ਹੈ। ਮੇਰੀ ਜਾਨ, ਮੇਰੀ ਜੰਗ ਤੇਰੇ ਨਾਲ ਤਾਂ ਕਦੇ ਵੀ ਨਹੀਂ ਸੀ, ਤੇਰੇ ਮੱਥੇ 'ਚ ਬੈਠੇ ਪੁਰਖੇ ਦੀ ਹੌਂ ਸੰਗ ਹੈ ਮੇਰੀ ਜੰਗ, ਮੇਰੀ ਤੇਰੇ ਨਾਲ ਨਹੀਂ। ਸੋ ਅਸੀਂ ਪਿਆਰ ਦੇ ਮੁਤਲਾਸ਼ੀ ਹਾਂ। ਸਾਰਿਆਂ ਨੂੰ ਪਿਆਰ ਔਰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਔਰ ਢੇਰ ਸਾਰੀਆਂ ਮੁਹੱਬਤਾਂ ਦਿੰਦੇ ਹਾਂ। ਸੁਖੀ ਰਹੋ, ਵਸਦੇ ਰਹੋ, ਹੱਸਦੇ ਰਹੋ। ਬਹੁਤ ਹੀ ਵਧੀਆ ਲੱਗਾ, ਬਹੁਤ ਖੂਬ ਮੈਡਮ, ਤੁਹਾਡੇ ਖੂਬਸੂਰਤ ਸ਼ਬਦ ਔਰ ਬਹੁਤ ਅੰਦਾਜ਼, ਅਲਫਾਜ਼ ਔਰ ਅੰਦਾਜ਼ ਬਾਕਮਾਲ। ਤੇ ਤੁਹਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਜੋ ਅਗਲਾ ਜਿਹੜਾ ਪੜਾਅ ਹੈ ਉਹ ਮੈਂ ਪਿਆਰਾ ਸਿੰਘ ਕੁਕਵਾਲ ਜੀ ਵੱਲ ਜਾਣ ਤੋਂ ਪਹਿਲਾਂ ਮੈਂ ਪੁੱਛਣਾ ਚਾਹਾਂਗੀ, ਤੁਹਾਡੇ ਸਾਡੇ ਬੜੇ ਪ੍ਰਸਿੱਧ ਸ਼ਾਇਰਾ, ਪ੍ਰਵਾਸੀ ਸ਼ਾਇਰਾ ਮੈਡਮ ਸੁਰਜੀਤ, ਤੁਹਾਡੀ ਮੈਂ ਕਹਿ ਸਕਦੀ ਤੁਹਾਡੀ ਪੀੜ੍ਹੀ ਦੇ ਸ਼ਾਇਰਾ, ਤਾਂ ਉਹ ਵੀ ਕੁਝ ਕਹਿਣਾ ਚਾਹੁੰਦੇ ਆ, ਕੁਝ ਪੁੱਛਣਾ ਚਾਹੁੰਦੇ ਆ, ਕੋਈ ਗੱਲ ਮੈਡਮ ਬਾਰੇ ਕਰਨਾ ਚਾਹੁੰਦੇ ਹੋ। ਮੈਂ ਮੋਸਟ ਵੈਲਕਮ ਮੈਡਮ ਸੁਰਜੀਤ ਮੈਡਮ, ਤੁਹਾਡਾ ਸਵਾਗਤ ਹੈ। ਤੁਸੀਂ ਥੈਂਕ ਯੂ ਕੁਲਜੀਤ ਜੀ। ਵਨੀਤਾ ਜੀ ਦੀਆਂ ਗੱਲਾਂ, ਹਾਂਜੀ ਆਵਾਜ਼ ਨਹੀਂ ਆ ਰਹੀ। ਹੁਣ ਆਏਗੀ ਤੁਸੀਂ ਜੀ ਬੋਲੋ ਭੈਣ ਜੀ। ਹਾਂਜੀ ਅੱਛਾ ਅੱਛਾ, ਥੈਂਕ ਯੂ ਕੁਲਜੀਤ ਜੀ। ਆਵਾਜ਼ ਸੁਣਦੀ ਪਈ ਹੈ ਹੁਣ ਮੇਰੀ? ਸੁਣ ਰਹੀ, ਮੈਂ ਸੁਣ ਰਹੀ ਹੈ। ਅੱਛਾ ਜੀ, ਵਨੀਤਾ ਜੀ ਤੁਹਾਨੂੰ ਸੁਣ ਰਹੀ ਹੈ? ਹਾਂਜੀ ਹਾਂਜੀ, ਤੁਸੀਂ ਹਾਂਜੀ, ਧੰਨਵਾਦ ਵੀ ਕਰ ਦੇਣਾ ਨਾਲ। ਗੱਲਾਂ ਸੁਣਦੇ ਆ, ਪਤਾ ਨਹੀਂ ਕਿਸੇ ਹੋਰ ਹੀ ਦੁਨੀਆ ਦੇ ਵਿੱਚ ਚਲੀ ਗਈ ਮੈਂ ਤੇ, ਹਨਾ। ਇੰਨਾ ਵਧੀਆ ਵਨੀਤਾ ਜੀ ਹਮੇਸ਼ਾ ਹੀ ਬਹੁਤ ਵਧੀਆ ਬੋਲਦੇ ਨੇ, ਕਿਉਂਕਿ ਗਿਆਨ ਹੀ ਇਹਨਾਂ ਕੋਲ ਇੰਨਾ, ਤਜਰਬਾ ਹੀ ਇੰਨਾ ਹੈ ਇਹਨਾਂ ਦੇ ਕੋਲ ਕਿ ਇਹਨਾਂ ਕੋਲ ਬਹੁਤ ਕੁਛ ਹੈ ਸਾਨੂੰ ਦੇਣ ਲਈ। ਉਹਦੇ ਲਈ ਬਹੁਤ ਬਹੁਤ ਦਿਲੋਂ ਧੰਨਵਾਦੀ ਹਾਂ ਮੈਂ। ਇਹਨਾਂ ਲਈ ਸਿਰਫ ਇੰਨਾ ਹੀ ਕਹਿਣਾ ਚਾਹੁੰਦੀ ਹਾਂ, ਕਿਉਂਕਿ ਮੈਂ ਬਾਕੀ ਲੋਕਾਂ ਨੂੰ ਵੀ ਟਾਈਮ ਦਿਆਂਗੀ ਕਿ ਉਹ ਵੀ ਗੱਲ ਕਰ ਸਕਣ, ਕਿ ਰੰਗ ਖੁਸ਼ਬੂ ਰੌਸ਼ਨੀ ਪਿਆਰ ਲੈ ਆਇਆ ਹਾਂ ਮੈਂ, ਰੰਗ ਖੁਸ਼ਬੂ ਰੌਸ਼ਨੀ ਪਿਆਰ ਲੈ ਆਇਆ ਹਾਂ ਮੈਂ, ਵੇਖ ਤੇਰੇ ਲਈ ਕੀ ਯਾਰ ਲੈ ਆਇਆ ਹਾਂ ਮੈਂ, ਵੇਖ ਤੇਰੇ ਲਈ ਕੀ ਯਾਰ ਲੈ ਆਇਆ ਹਾਂ ਮੈਂ। ਸੋ ਵਨੀਤਾ ਜੀ ਨੇ ਕੈਸਾ ਰੰਗ ਬੰਨਿਆ, ਕੈਸੀ ਖੁਸ਼ਬੂ ਖਿਲਾਰੀ, ਔਰ ਕਿੰਨੇ ਸੋਹਣੇ ਸ਼ਬਦਾਂ ਦੇ ਨਾਲ ਜੋੜਿਆ ਸਾਨੂੰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਨਾਮ ਪਹਿਲਾਂ ਹੀ ਕੁਲਜੀਤ ਜੀ ਲੈ ਚੁੱਕੇ ਨੇ ਸਾਰਿਆਂ ਦੇ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਕੁਲਜੀਤ ਜੀ, ਮੈਨੂੰ ਇੰਨਾ ਕੁ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ। ਮੈਂ ਇੱਕ ਗੱਲ ਕਹਿਣਾ ਚਾਹਨੀ ਕੁਲਜੀਤ ਜੀ, ਸਾਡੇ ਨਾਲ ਮੇਰੇ ਖਿਆਲ ਡਾਕਟਰ ਰਵੇਲ ਜੀ ਜੁੜ ਚੁੱਕੇ ਨੇ, ਤੇ ਅਸੀਂ ਜ਼ਰੂਰ ਚਾਹਾਂਗੇ ਕਿ ਉਹ ਵੀ ਸਾਡੇ ਨਾਲ, ਡਾਕਟਰ ਵਨੀਤਾ ਸਾਡੇ ਨਾਲ ਨੇ, ਤੇ ਇਸ ਕਰਕੇ ਉਹ ਵੀ ਸਾਡੇ ਨਾਲ ਦੋ ਸ਼ਬਦ ਜ਼ਰੂਰ ਸਾਂਝੇ ਕਰਨ ਜੀ। ਡਾਕਟਰ ਰਵੇਲ ਜੀ। हाँ जी, सत श्री अकाल जी सारिਆਂ ਨੂੰ। मैं वीडियो ਤੇ ਆਵਾਂ। ਤੁਹਾਨੂੰ ਵਧਾਈਆਂ ਬਹੁਤ ਬਹੁਤ ਰਵੇਲ ਜੀ। ਥੈਂਕ ਯੂ ਜੀ, ਥੈਂਕ ਯੂ। ਦਾਦਾ ਜੀ ਨੂੰ ਬਹੁਤ ਬਹੁਤ ਹਾਂ, ਸਹੀ ਗੱਲ ਹੈ, ਦਾਦੇ ਨੂੰ ਵਧਾਈਆਂ। ਮੈਂ ਅਸਲ 'ਚ ਬਹੁਤ ਥੱਕਿਆ ਆਇਆ ਸੀ, ਮੈਂ ਪਗੜੀ ਲਾ ਬੈਠਿਆ ਤੇ ਇਸ ਕਰਕੇ ਮੈਂ ਵੀਡੀਓ ਤੇ ਨਹੀਂ ਆ ਸਕਦਾ ਹੁਣ। ਕੋਈ ਗੱਲ ਨਹੀਂ, ਲੈ ਤੇ ਮੈਂ ਆਡੀਓ ਤੇ ਗੱਲ ਕਰ ਰਿਹਾ। ਸਾਫਾ ਬਣ ਕੇ ਆ ਜਾਓ। ਹੈ ਸਾਫਾ ਦਸਤਾਰ ਬਣ ਕੇ ਆ ਜਾਓ ਨਾ, ਪਟਕਾ। ਦਸਤਾਰ, ਹਾਂ ਪਟਕਾ ਬਣ ਕੇ ਆ ਸਕਦਾ। ਆ ਤਾਂ ਫੇਰ ਕੀ ਇੱਕ ਸੈਕਿੰਡ, ਆਪਣੇ ਹੀ ਨੇ ਸਾਰੇ, ਆਪਣੇ ਸਾਰੇ ਆਪਣੇ ਲੋਕ ਹੀ ਨੇ। ਫਿਰ 2 ਮਿੰਟ, ਇੱਕ ਸੈਕਿੰਡ ਮੈਨੂੰ। ਹਾਂ ਤੁਹਾਡੀ ਗੈਰ ਹਾਜ਼ਰੀ 'ਚ ਵੀ ਤੁਸੀਂ ਹਾਜ਼ਰ ਸੀ ਡਾਕਟਰ ਸਾਹਿਬ। ਹਾਂ ਅੱਛਾ ਜੀ, ਹਾਂਜੀ, ਅਸੀਂ ਤੁਹਾਡੀਆਂ ਗੱਲਾਂ ਕੀਤੀਆਂ। ਗੱਲਾਂ ਕਿ ਚੁਗਲੀਆਂ? ਨਹੀਂ, ਚੁਗਲੀਆਂ ਨਹੀਂ ਕੀਤੀਆਂ, ਤੁਹਾਡੀਆਂ ਗੱਲਾਂ ਕੀਤੀਆਂ। ਅਸੀਂ ਤੁਹਾਨੂੰ ਮੁਬਾਰਕਬਾਦ ਦਿੱਤੀ। ਹਾਂ, ਪਿਆਰੇ ਜਿਹੇ ਨੰਨੇ ਮੁੰਨੇ ਨੂੰ ਅਸੀਂ ਮਹਿਸੂਸ ਕੀਤਾ। ਹਾਂ,
ਉਸ ਖੁਸ਼ੀ ਨੂੰ ਮਹਿਸੂਸ ਕੀਤਾ ਜੋ ਅੱਜ ਮਿਲੀ ਆ ਪਰਮਾਤਮਾ ਨੇ ਦਿੱਤੀ ਆ। हाँ सही। जी जी, thank कुलजीत you जी सबका। हाँ जी Sir, कितने रहे? लिटिल बिट रानी नहीं नहीं वो You जड़ा are- कहंदे दस्तार कंपटीशन ਤੁਸੀਂ ਉਹ ਬੰਦੇ ਹੋਏ ਆ। वेलकम डॉक्टर रवेल जी कर वेलकम लिया देखो कर लिया। मैं पिंडा वाला परना बन लिया। ਆ ਜਾਓ, ਆ ਹਾਂ ਜਾਓ। ਇਹ ਗੱਲ ਉਥੇ ਚੱਕਿਆ ਹੋਇਆ ਸੀ ਮੈਂ ਹੁਣ ਉਹਦੇ ਪਹਿਲੇ ਬੰਦਾ ਨਾ ਸਰਦਾਰਾਂ ਦਾ ਪ੍ਰੋਬਲਮ ਹੁੰਦੀ ਹੈ ਕਿ ਘਰ ਵੜਨ ਤੋਂ ਪਹਿਲਾਂ ਪਗੜੀ ਲਾਉਂਦੇ ਆ। ਹਾਂਜੀ ਹਾਂਜੀ ਜਿਵੇਂ ਰਿਹਾ ਪ੍ਰੋਗਰਾਮ ਖਤਮ ਹੋ ਗਿਆ। ਬਸ ਨਹੀਂ, ਪਤਾ ਹੀ ਨਹੀਂ, ਬਸ। ਗੱਲਾਂ ਤੁਹਾਡੇ ਚ ਵਿਚਾਰ ਗੱਲਾਂ ਸੁਣਨੇ ਆ। ਤੁਹਾਡੇ ਵਿਚਾਰ ਸੁਣਨੇ ਹੋ। ਨਹੀਂ ਮੇਰੇ ਹੁਣ ਕਾਹਦੇ ਵਿਚਾਰ ਜੀ, ਮੈਂ ਕੁਝ ਸੁਣਿਆ ਨਹੀਂ ਤੇ ਨਹੀਂ ਮੈਂ ਕੀ ਦਿਓ ਬੋਲਾਂ। ਤੁਸੀਂ ਵਿਚਾਰ ਆਪਣੇ ਹਾਂਜੀ ਪਹਿਲੀ ਵਾਰੀ ਜੁਆਇਨ ਕੀਤਾ ਵੈਲਕਮ। ਥੈਂਕ ਯੂ ਬਟ ਮੈਂ ਕੁਝ ਸੁਣਿਆ ਨਹੀਂ, ਮੈਂ ਕੀ ਬੋਲਾਂ ਹੁਣ। ਨਹੀਂ ਅਸੀਂ ਤੁਹਾਨੂੰ ਦੇਖਣਾ ਹੀ ਸੀ, ਤੁਹਾਨੂੰ ਵਧਾਈਆਂ ਦੇਣੀਆਂ ਸੀ। ਬੋਲੋ ਨਾ ਤੁਸੀਂ, ਬਹੁਤ ਬਹੁਤ ਸ਼ੁਕਰੀਆ। ਬਾਕੀ ਉਪਰਾਲਾ ਡਾਕਟਰ ਵਨੀਤਾ ਦਾ ਡਾਕਟਰ ਵਨੀਤਾ ਬਾਰੇ ਬੋਲ ਸਕਦੇ ਹੋ ਡਾਕਟਰ ਤੁਸੀਂ? ਵਨੀਤਾ ਡਾਕਟਰ ਤੁਸੀਂ ਵਨੀਤਾ ਇੰਪਰੂਵ ਬਾਰੇ ਕੀਤਾ ਜੀ। ਹਾਂਜੀ ਤੁਸੀਂ ਆਈ ਥਿੰਕ ਕਿ ਵਨੀਤਾ ਹੁਣਾਂ ਦਾ ਰੂਬਰੂ ਕਰਨਾ ਹੀ ਬੜੀ ਵੱਡੀ ਗੱਲ ਹੈ ਕਿ ਵਨੀਤਾ ਦੇ ਬਾਰੇ ਮੈਂ ਕਿੰਨਾ ਬਹੁਤ ਕੁਝ ਬੋਲ ਸਕਦਾ ਸੱਚੀ। ਵਨੀਤਾ ਬਹੁਤ ਪਿਆਰੀ ਦੋਸਤ ਹੈ ਤੇ ਪੋਇਟ ਤੇ ਬਹੁਤ ਵੱਡੀ ਹੈ ਹੀ, ਕ੍ਰਿਟਿਕ ਵੀ ਬਹੁਤ ਵੱਡੀ ਹੈ, ਬਟ ਸਭ ਤੋਂ ਵੱਧ ਬਹੁਤ ਪਿਆਰੀ ਦੋਸਤ ਹੈ। ਥੈਂਕ ਯੂ। ਆਈ ਐਮ ਪ੍ਰਾਊਡ ਆਫ ਕਿ ਮੈਂ ਦੋਸਤ ਹੈ ਵਨੀਤਾ ਦਾ। ਕਿਆ ਕਿ ਦੂਸਰੀ ਗੱਲ ਇਹ ਕਿ ਜਿੰਨਾ ਵਨੀਤਾ ਦੇ ਕੋਲ ਜਿਵੇਂ ਭਾਸ਼ਾ ਹੈ, ਖਾਸ ਕਰਕੇ ਕਾਵ ਭਾਸ਼ਾ ਵਨੀਤਾ ਦੀ, ਔਰ ਜਿਹੜੀ ਇਹਦੀ ਕ੍ਰਿਟਿਸਿਜ਼ਮ ਦੀ ਭਾਸ਼ਾ ਹੈ, ਦੋਨਾਂ ਵਿੱਚ ਤੁਸੀਂ ਜਦੋਂ ਵਨੀਤਾ ਨੂੰ ਸੁਣੋ, ਤੁਸੀਂ ਕ੍ਰਿਟਿਸਿਜ਼ਮ ਕਰਦੇ ਆ ਤੇ ਇੱਕ ਹੋਰ ਵਨੀਤਾ ਹੁੰਦੀ ਹੈ, ਜਦੋਂ ਇਹਦੀ ਪੋਇਟਰੀ ਸੁਣੋ ਤੇ ਇੱਕ ਹੋਰ ਵਨੀਤਾ ਹੁੰਦੀ ਹੈ। ਇਹ ਬੜਾ ਮੁਸ਼ਕਲ ਹੁੰਦਾ ਹੈ ਇੱਕ ਕ੍ਰੀਏਟਿਵ ਰਾਈਟਰ ਲਈ ਦੂਜੇ ਰੋਲ ਵਿੱਚ ਜਾਣਾ। ਪਰ ਇੱਕ ਕ੍ਰਿਟਿਕ ਜਦੋਂ ਕ੍ਰੀਏਟਿਵ ਰੋਲ ਵਿੱਚ ਆਉਂਦਾ ਹੈ ਤੇ ਉਸ ਵਾਸਤੇ ਵੀ ਬੜਾ ਮੁਸ਼ਕਲ ਹੁੰਦਾ ਹੈ, ਕਿਉਂਕਿ ਜਿਹੜੀ ਇੱਕ ਕ੍ਰਿਟਿਸਿਜ਼ਮ ਦੀ ਭਾਸ਼ਾ ਹੈ ਉਹ ਹਮੇਸ਼ਾ ਹਾਵੀ ਰਹਿੰਦੀ ਹੈ ਕ੍ਰੀਏਟਿਵ ਰਾਈਟਿੰਗ ਦੇ ਉੱਤੇ ਵੀ। ਪਰ ਵਨੀਤਾ ਦਾ ਇਹ ਬੜਾ ਖਾਸਾ ਹੈ ਕਿ ਉਹ ਆਪਣੇ ਆਪ ਤੇ ਜਦੋਂ ਉਹ ਪੋਇਟ ਹੁੰਦੀ ਹੈ ਤੇ ਆਲੋਚਨਾ ਦੀ ਭਾਸ਼ਾ ਨੂੰ ਆਪਣੇ ਸਿਰ ਤੇ ਸਵਾਰ ਨਹੀਂ ਹੋਣ ਦਿੰਦੀ। ਪਰ ਜਦੋਂ ਆਲੋਚਕ ਹੁੰਦੀ ਹੈ ਤੇ ਉਸ ਵੇਲੇ ਕਾਵ ਭਾਸ਼ਾ ਨੂੰ ਸਿਰ ਤੇ ਸਵਾਰ ਨਹੀਂ ਹੋਣ ਦਿੰਦੀ। ਇਹ ਵਨੀਤਾ ਦੀ ਬਹੁਤ ਵੱਡੀ ਖਾਸੀਅਤ ਹੈ। ਔਰ ਦੂਜਾ ਕਿ ਤੁਸੀਂ ਜਿਹੜੇ ਲੋਕ ਵਨੀਤਾ ਨੂੰ ਮਿਲੇ ਨੇ, ਜਿਹੜੇ ਉਹਨਾਂ ਦੇ ਨੇੜੇ ਰਹੇ ਨੇ, ਤੁਸੀਂ ਦੇਖੋ ਕਿ ਉਹ ਜਦੋਂ ਬੋਲਦੀ ਹੈ, ਜਦੋਂ ਖਾਸ ਕਰਕੇ ਮੰਚ ਤੇ ਬੋਲਦੀ ਹੈ, ਤੇ ਮੈਂ ਬਹੁਤ ਘੱਟ ਲੋਕ ਵੇਖੇ ਜਿਹੜੇ ਸਟੇਜ ਦੇ ਉੱਤੇ ਖੜੇ ਹੋ ਕੇ ਜਦੋਂ ਅਸੀਂ ਬੋਲਦੇ ਹਾਂ, ਭਾਵੇਂ 1000 ਆਡੀਅנס ਹੋਵੇ, ਭਾਵੇਂ 100 ਹੋਵੇ, ਭਾਵੇਂ ਲੱਖ ਹੋਵੇ, ਔਰ ਹਰ ਬੰਦੇ ਨੂੰ ਲੱਗੇ ਕਿ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਸਪੀਕਰ ਬੋਲ ਰਿਹਾ, ਹਰ ਬੰਦੇ ਨੂੰ ਲੱਗੇ ਕਿ ਮੇਰੇ ਨਾਲ ਮੇਰੀ ਗੱਲ ਕਰ ਰਿਹਾ। ਇਹ ਵਨੀਤਾ ਦੇ ਕੋਲ ਸਕਿੱਲ ਹੈ। ਸੋ ਮੈਂ ਹੁਣ ਉਹਨਾਂ ਦੀਆਂ ਗੱਲਾਂ ਤਾਂ ਸੁਣੀਆਂ ਨਹੀਂ, ਉਹਨੇ ਕੀ ਬੋਲਿਆ, ਤੁਸੀਂ ਕੀ ਬੋਲਿਆ। ਇੱਕ ਸਿੰਪਲ ਮੈਂ ਆਪਣਾ ਜਿਹੜਾ ਇੱਕ ਮੇਰਾ ਮੇਰੇ ਨਵੀਆਂ ਗੱਲਾਂ ਸਨ, ਮੈਨੂੰ ਪਤਾ ਹੀ ਨਹੀਂ ਸੀ ਜੋ ਤੁਸੀਂ ਹਾਲੇ ਮੈਂ ਪੈਗ ਨਹੀਂ ਪੀਤਾ, ਜੋ ਪੀਤਾ ਤਾਂ ਫਿਰ ਦੱਸਦਾ। ਤਾਂ ਹੀ ਮੈਂ ਕਿਹਾ ਨਾ ਕਿ ਡਾਕਟਰ ਰਵੇਲ ਸਿੰਘ ਦੀ ਇੱਕ ਖੂਬੀ ਆ ਕਿ ਇਹ ਕਦੇ ਸਾਨੂੰ ਉਹ ਜੈਂਡਰ ਵਾਲਾ ਜਿਹੜਾ ਨਾ ਉਹ ਅਹਿਸਾਸ ਨਹੀਂ ਹੁੰਦਾ। ਸਾਨੂੰ ਇਹ ਇਹ ਹੋਣਾ ਕਿਉਂ, ਜਦੋਂ ਆਪਾਂ ਲੇਖਕ ਹੈ ਨਾ, ਇਟਸ ਲਾਈਕ ਮਤਲਬ ਜਦੋਂ ਅਸੀਂ ਲੇਖਕ ਹੈ ਉੱਥੇ ਜੈਂਡਰ ਕਿੱਥੇ ਹੈ। ਹਾਂ ਐਗਜ਼ੈਕਟਲੀ, ਮੈਂ ਉਹੀ ਕਹਿੰਦੀ ਆ ਕਿ ਔਰਤ ਸਿਰਫ ਵਨੀਤਾ ਨਹੀਂ, ਵਨੀਤਾ ਸਾਹਿਤਕਾਰ ਆ, ਵਨੀਤਾ ਸਿਰਫ ਔਰਤ ਨਹੀਂ ਹੈ, ਵਨੀਤਾ ਹਿਊਮਨ ਬੀਇੰਗ ਆ। ਜਦੋਂ ਅਸੀਂ ਹਿਊਮਨ ਬੀਇੰਗ ਸਮਝ ਕੇ ਚੱਲਦੇ ਆ ਨਾ, ਸਾਹਿਤ ਦੇ ਵਿੱਚ ਜਿਹੜੀ ਰਵਾਇਤ ਹੀ ਨਹੀਂ ਆਈ ਕਿ ਅਸੀਂ ਕਿਸੇ ਨੂੰ ਔਰਤ ਨੂੰ ਹਿਊਮਨ ਬੀਇੰਗ ਹੀ ਸਮਝ ਲਈਏ। ਮੇਰਾ ਤਾਂ ਜੋ ਵੀ ਲੱਗਾ ਸੋ ਲੈਟਸ ਬੀ ਹਿਊਮਨ ਬੀਇੰਗ, ਫਿਰ ਉਹ ਵਨੀਤਾ ਦੀਆਂ ਉਚਾਈਆਂ ਤੱਕ ਤਾਂ ਕੋਈ ਪਹੁੰਚ ਨਹੀਂ ਸਕਦਾ।
ਸੋ ਇਟਸ ਰੀਅਲੀ ਗੁੱਡ ਫॉर ਅਸ ਕਿ ਪੰਜਾਬੀ ਸਾਹਿਤ ਦੇ ਵਿੱਚ ਵਨੀਤਾ ਵਰਗੇ ਸਾਡੇ ਕੋਲੇ ਲੇਖਕ ਨੇ। ਬਿਲਕੁਲ ਤੁਹਾਡੇ ਵਰਗੇ ਪ੍ਰਬੰਧਕ ਤੇ ਲੇਖਕ ਵੀ ਨੇ। ਹਾਂ ਉਹੀ ਤੁਹਾਡੀਆਂ ਦੁਆਵਾਂ ਨੇ ਡਾਕਟਰ ਸਾਹਿਬ। ਸਾਡੇ ਕੋਲ ਸਰਬਜੀਤ ਵੀ ਹੈ। ਵਨੀਤਾ ਕੀ ਹੈ? ਮੈਡਮ ਮੈਂ ਕੁਝ 1 ਮਿੰਟ ਲਈ ਕਹਿਣਾ ਚਾਹਾਂਗੀ। ਸਾਡੇ ਕੋਲ ਪੰਜਾਬੀ ਸਾਹਿਤ ਦੇ ਮਹਾਰਥੀ ਇਕੱਠੇ ਹੋਏ ਆ ਤੇ ਆਪਾਂ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੂੰ ਰਿਲੀਜ਼ ਜ਼ਰੂਰ ਕਰੀਏ। ਜ਼ਰੂਰ ਇਸ ਵਾਰੀ ਰਮਿੰਦਰ ਰੰਮੀ ਮੈਡਮ ਨੇ ਜੋ ਯਤਨ ਦੇਖੋ ਅਸੀਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕਬਜ਼ਾ ਕੀਤਾ ਹੋਇਆ ਵਾ। ਮੇਰੇ ਖਿਆਲ ਤੁਸੀਂ ਵੇਖ ਪਾ ਰਹੇ ਹੋ ਸਕਰੀਨ ਤੇ। ਸ਼ੇਅਰ ਕਰੋ। Yes, you are sharing. Yeah. ਅੰਤਰਰਾਸ਼ਟਰੀ ਸਾਹਿਤਕ ਸਾਂਝਾ Now we ਮਹੀਨਾ can see. Now we can see. ਔਰ ਖਿਆਲਾਂ ਦੇ ਪੰਛੀ ਲੈ ਕੇ ਔਰ 31 ਅਕਤੂਬਰ ਨੂੰ ਇਹ ਮੈਡਮ ਨੇ ਮਤਲਬ ਤੱਕ ਇਹ ਹੋਇਆ ਮਤਲਬ ਸਾਡਾ ਇਸ ਮੰਥ ਦਾ। ਤੇ ਬਹੁਤ ਮਿਹਨਤ ਹੈ ਮੈਡਮ ਰਮਿੰਦਰ ਰੰਮੀ ਜੀ ਦੀ। ਹਰ ਵੇਲੇ ਉਹਨਾਂ ਨਾਲ ਇੱਕ ਹੁੰਦਾ ਪੈਸ਼ਨ ਹੁੰਦਾ ਨਾ, ਜੋ ਉਸ ਪੈਸ਼ਨ ਹੈ ਉਹਨਾਂ ਦੇ ਮਨ ਚ ਕਿ ਸਾਹਿਤ ਪ੍ਰਤੀ ਨਵੇਂ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨਾ, ਪੁਰਾਣਿਆਂ ਦੀ ਕਦਰ ਕਰਨਾ, ਇਹ ਉਹਨਾਂ ਦੇ ਸੁਭਾਅ ਦਾ ਖਾਸਾ ਆ। ਔਰ ਉਹਨਾਂ ਨੇ ਲਗਾਤਾਰ ਇਸ ਲਈ ਦਿਨ ਰਾਤ ਇੱਕ ਕਰਕੇ ਇਸ ਮੈਗਜ਼ੀਨ ਨੂੰ ਇੱਕ ਬਹੁਤ ਖੂਬਸੂਰਤ ਦਿੱਖ ਦਿੱਤੀ ਹੈ। ਰਵੀਨ ਜੀ ਤੁਸੀਂ ਵੀ ਦੇਖ ਰਹੇ ਹੋ, ਮੈਡਮ ਸਰਬਜੀਤ ਸੋਲ ਦੇਖ ਰਹੇ ਨੇ, ਸਾਡੇ ਮੈਡਮ ਅੱਜ ਦੇ ਮਹਿਮਾਨ ਮੈਡਮ ਵਨੀਤਾ ਜੀ, ਸਾਰੇ ਅਸੀਂ ਦੇਖ ਰਹੇ ਹਾਂ ਮੈਡਮ ਦੀ ਇਸ ਸਾਰੀ ਮਿਹਨਤ ਨੂੰ ਕਿ ਉਹਨਾਂ ਨੇ ਸਮਾਂ ਦਿੱਤਾ ਔਰ ਰਚਨਾਵਾਂ ਇਕੱਠੀਆਂ ਕਰਨੀਆਂ, ਉਹਨਾਂ ਨੂੰ ਕਲਮਬੱਧ ਸਾਰੀਆਂ ਨੂੰ ਕਰਨਾ। ਔਰ ਇਹ ਬਹੁਤ ਔਖਾ ਕਾਰਜ ਹੈਗਾ ਜੋ ਬਹੁਤ ਸਾਰੇ ਅੱਜ ਕੱਲ੍ਹ ਈ ਮੈਗਜ਼ੀਨ ਚੱਲ ਰਹੇ ਆ, ਕਿਉਂਕਿ ਸਾਹਿਤ ਨੂੰ ਅਸੀਂ ਹੁਣ ਪੜ੍ਹਨਾ ਇਹਦਾ ਸੌਖਾ ਸਮਝਦੇ ਹਾਂ ਔਰ ਇਹਦੇ ਵਿੱਚ ਲਗਾਤਾਰ ਤੁਰੇ ਰਹਿਣਾ ਇਹ ਔਖਾ ਕੰਮ ਹੈ ਜਿਹੜਾ ਮੈਡਮ ਰਮਿੰਦਰ ਜੀ ਤੁਹਾਡੇ ਹਿੱਸੇ ਆਇਆ। ਅਸੀਂ ਸਾਰੇ ਹੀ ਤੁਹਾਨੂੰ ਇਸ ਗੱਲ ਲਈ ਸ਼ੁਭੇੱਛਾਵਾਂ ਦਿੰਦੇ ਹਾਂ ਕਿ ਤੁਹਾਡੇ ਅੰਦਰ ਇਹ ਲਗਨ ਇਸ ਤਰ੍ਹਾਂ ਹੀ ਕਾਇਮ ਰਹੇ ਤੇ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਜਿਹੜਾ ਮਹੀਨਾਵਾਰ ਸਾਹਿਤਕ ਸਾਂਝਾਂ ਨੇ ਉਹ ਪਾਠਕਾਂ ਤੱਕ ਪਹੁੰਚਾਉਂਦੇ ਰਹੋ ਤੇ ਅਸੀਂ ਇਸ ਦਾ ਆਨੰਦ ਮਾਣਦੇ ਰਹੀਏ। ਇਸ ਦੇ ਨਾਲ ਬਹੁਤ ਬਹੁਤ ਮੁਬਾਰਕਾਂ ਰਮਿੰਦਰ ਜੀ। ਬਹੁਤ ਅਸੀਂ ਸਾਡੀਆਂ you. ਤਾੜੀਆਂ ਮਾਰੀਆਂ ਸਮਝ ਲਓ ਕਿ ਮਾਰ ਦਿੱਤੀਆਂ। ਨਹੀਂ ਤੁਹਾਡਾ ਆਸ਼ੀਰਵਾਦ ਹੀ ਕਾਫੀ, ਸਭ ਦਾ ਸਹਿਯੋਗ ਬਹੁਤ ਸੋਹਣਾ। ਔਰ ਉਸ ਤੋਂ ਬਾਅਦ ਉਹ ਨਿਊਜ਼ ਲਿਖਣੀ, ਨਿਊਜ਼ ਭੇਜਣੀ ਬਹੁਤ ਵੱਡੀ ਗੱਲ ਹੈ ਰਮਿੰਦਰ ਜੀ। ਰੀਅਲੀ ਗ੍ਰੇਟਫੁਲ ਕਿ ਆਪਾਂ ਸਾਰੇ ਰਲ ਕੇ ਆਪ ਜੀ ਦਾ ਸਹਿਯੋਗ ਹੈ ਤਾਂ ਹੀ 2 ਸਾਲ ਹੋ ਗਏ ਸਾਨੂੰ ਕਰਦੇ ਆ ਤੁਹਾਡੇ ਸਹਿਯੋਗ ਨਾਲ। ਠੀਕ ਹੈ ਜੀ, ਓਕੇ ਜੀ, ਬਾਏ ਬਾਏ। ਥੈਂਕ ਯੂ ਜੀ, ਥੈਂਕ ਯੂ। ਲੱਡੂ ਖਾਣ ਆਵਾਂਗੇ ਹੁਣ। ਆਓ ਨਾ, ਅਸੀਂ ਕਿੱਦਾਂ ਖਾਵਾਂਗੇ? ਤੁਹਾਨੂੰ ਇੱਥੇ ਭੇਜ ਦੇਣਾ। ਅਸੀਂ ਵਰਚੁਅਲ ਬਹੁਤ ਬਹੁਤ ਵਧਾਈਆਂ ਡਾਕਟਰ ਰਵੇਲ ਜੀ, ਬਹੁਤ ਬਹੁਤ ਵਧਾਈਆਂ ਤੁਹਾਨੂੰ। ਥੈਂਕ ਯੂ ਪੈਸਰੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਹਾਂਜੀ, ਖੁਸ਼ੀਆਂ ਪਾਤਸ਼ਾਹੀ ਸਤਿਗੁਰੂ ਨਜ਼ਰ ਕਰੇ। ਬਹੁਤ ਅੱਛਾ ਲੱਗਾ ਜੀ। ਹਾਂਜੀ ਅੱਜ ਜਾਂਦੇ ਜਾਂਦੇ ਵੀ ਦੱਸਾਂ ਅੱਜ ਮੇਰੇ ਮੀਆਂ ਦਾ ਜਨਮ ਦਿਨ ਵੀ ਹੈ। ਮੈਂ ਵੀ ਹੁਣੇ ਬਹੁਤ ਬਹੁਤ ਮੁਬਾਰਕਾਂ। ਮੈਂ ਫੋਨ ਕਰ ਲਾਂ। ਬਹੁਤ ਮਿੱਠਾ ਹੋ ਗਿਆ। ਰਵੇਲ ਵੀਰ ਜੀ ਤੁਹਾਨੂੰ ਵੀ ਵਧਾਈਆਂ ਜੀ ਬਹੁਤ ਬਹੁਤ। ਥੈਂਕ ਯੂ ਜੀ। ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ। ਅੱਜ ਤਾਂ ਬਹੁਤ ਮਿੱਠਾ ਹੋ ਗਿਆ ਸਾਡੇ ਵਾਸਤੇ। ਸਾਲ ਸਭ ਨੂੰ। ਕੁਲਜੀਤ ਜੀ ਡਾਕਟਰ ਨਹੀਂ ਜਗੀਰ ਸਿੰਘ ਕਾਹਲੋਂ ਜੀ ਨੇ 2 ਵਾਰੀ ਹੱਥ ਖੜਾ ਕੀਤਾ ਸੀ, ਪਲੀਜ਼ ਉਹਨਾਂ ਨੂੰ। ਕਾਹਲੋਂ ਸਾਹਿਬ ਤੁਹਾਡੇ ਟਿੱਪਣੀਆਂ ਤੋਂ ਬਿਨਾਂ ਸਾਡਾ ਪ੍ਰੋਗਰਾਮ ਅਧੂਰਾ ਹੈ ਜੀ, ਤੁਸੀਂ ਜ਼ਰੂਰ ਵੈਸੇ ਡਾਕਟਰ ਵਨੀਤਾ ਤੋਂ ਪਾਰਟੀ ਲੈਣੀ ਚਾਹੀਦੀ ਸੀ। ਬਿਲਕੁਲ ਪਾਰਟੀ ਹੈ ਰਮਿੰਦਰ ਜੀ, ਇਸ ਤੋਂ ਵੱਡੀ ਪਾਰਟੀ ਨਹੀਂ, ਉਹ ਤਾਂ ਮਜ਼ਾਕ ਕਰ ਰਹੇ। ਰਮਿੰਦਰ ਜੀ ਡਾਕਟਰ ਵਨੀਤਾ ਸਾਡੇ ਗੈਸਟ ਨੇ, ਸਾਨੂੰ ਪਾਰਟੀ ਦੇਣੀ ਆ ਉਹਨਾਂ ਨੂੰ, ਉਹਨਾਂ ਕੋਲ ਨਹੀਂ ਲੈਣੀ। ਨਹੀਂ ਉਹ ਤਾਂ ਦੇਣੀ ਸਾਨੂੰ, ਜਦੋਂ ਟਾਈਮ ਦੇਣਗੇ ਜ਼ਰੂਰ ਦੇਾਂਗੇ। ਰਮਿੰਦਰ ਜੀ ਚੀਫ ਐਡਵਾਈਜ਼ਰ ਦਾ ਪਤਾ ਹੈ ਨਾ ਕਿ ਸਲਾਹ ਵਧੀਆ ਦੇਣ, ਉਹਨਾਂ ਦੀ ਸਲਾਹ ਲੈਣੀ ਚਾਹੀਦੀ ਹੈ। ਅਸੀਂ ਸੁਣ ਰਹੇ ਜੀ ਮੈਨੂੰ ਇਜਾਜ਼ਤ ਚਾਹੀਦੀ ਹੈ ਜੀ। ਮੇਰੇ ਡਰਾਇੰਗ ਰੂਮ 'ਚ 1 ਘੰਟੇ ਤੋਂ ਗੈਸਟ ਬੈਠੇ ਆ। ਓ ਸੌਰੀ ਓਕੇ ਜੀ ਜੀ ਬਹੁਤ ਸ਼ੁਕਰੀਆ। ਐਡਵਾਈਜ਼ਰ ਜੀ ਦੇ ਵਿਚਾਰ ਸੁਣ ਕੇ ਜਾਓ। ਦੀਵਾਲੀ ਸਾਡੀ ਵੀ ਗੱਲ ਸੁਣ ਕੇ ਜਾਓ। ਜੀ 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 ਕੁਲਜੀਤ ਮੈਂ ਬੋਲਾਂ ਹੁਣ? ਜ਼ਰੂਰ ਜੀ, ਜ਼ਰੂਰ ਜ਼ਰੂਰ। ਦੇਖੋ ਜੀ ਵਨੀਤਾ ਹੋਰਾਂ ਨੇ 40 ਸਾਲ ਦੇ ਸੰਘਰਸ਼ ਦੀ ਜਿਹੜੀ ਗੱਲ ਕੀਤੀ, ਮੈਂ ਖੁਸ਼ਕਿਸਮਤ ਹਾਂ ਕਿ ਮੈਂ ਵਨੀਤਾ ਨੂੰ ਉਦੋਂ ਦੇਖਿਆ ਜਦੋਂ ਉਹ ਦੂਰਦਰਸ਼ਨ ਤੇ ਕਵਿਤਾ ਪੜ੍ਹਦੀ ਸੀ ਤੇ ਜਾਂ ਫਿਰ ਜਲੰਧਰ ਇੱਕ ਇਨਾਮ ਲੈਣ ਆਈ ਸੀ। ਸੋ ਮੈਨੂੰ ਇਹਨਾਂ ਦੇ ਸੰਘਰਸ਼ ਦੇ ਵਿੱਚੋਂ ਜੋ ਪ੍ਰਾਪਤੀ ਸੀਗੀ ਉਹ ਮੈਂ ਉਦੋਂ ਦੇਖਣ ਦਾ ਮੈਨੂੰ ਮੌਕਾ ਮਿਲ ਗਿਆ। ਤੇ ਹੁਣ ਮੈਂ ਵਨੀਤਾ ਜੀ ਦੀਆਂ
ਦੋ ਤਿੰਨ ਗੱਲਾਂ ਜਿਹੜੀਆਂ ਉਹਨਾਂ ਦੀ ਪ੍ਰਸ਼ੰਸਾ ਕੀਤੇ ਬਿਨਾਂ ਨਹੀਂ ਰਹਿ ਸਕਦਾ। ਨੰਬਰ 1, ਡਾਕਟਰ ਨੂਰ ਇਹਨਾਂ ਦੇ ਮੈਂਟਰ ਸੀਗੇ, ਉਹਨਾਂ ਦੇ ਚਲੇ ਜਾਣ ਤੋਂ ਬਾਅਦ ਵੀ ਕਿੰਨਾ ਇਹਨਾਂ ਦੇ ਮਨ 'ਚ ਸਤਿਕਾਰ ਆ, ਦਿਸ ਇਜ਼ ਰੀਅਲੀ ਐਪਰੀਸ਼ੀਏਬਲ। ਦੂਜਾ ਇਹ ਆ ਕਿ ਇਹ ਕਹਿੰਦੇ ਬਈ ਨਾ ਮਰਦ ਦਾ ਕੋਈ ਕਸੂਰ ਆ ਨਾ ਔਰਤ ਦਾ ਕਸੂਰ ਆ, ਇਹ ਇੱਕ ਪ੍ਰਬੰਧ ਆ ਜਿਹਨੂੰ ਬਦਲਣ ਦੀ ਲੋੜ ਆ। ਇਹ ਪ੍ਰਬੰਧ ਆ ਜਿਹੜਾ ਸਾਨੂੰ ਇਸ ਕਿਸਮ ਦੇ ਜਿਹੜੇ ਦੁਵੱਲਾਪਣ ਹੈਗਾ ਜਾਂ ਦੁਵੈਜ ਹੈਗੀ ਆ ਜਾਂ ਮਰਦ ਔਰਤ ਦੇ ਵਿੱਚ ਵੰਡਦਾ ਆ। ਤੇ ਵਨੀਤਾ ਦੀਆਂ ਜਿਹੜੀਆਂ ਇਹ ਪ੍ਰਾਪਤੀਆਂ ਨੇ, ਜਿੱਦਾਂ ਇਹਨਾਂ ਨੇ ਅਨੁਵਾਦ ਦੀ ਗੱਲ ਕੀਤੀ ਆ, ਕਿਉਂਕਿ ਮੈਂ ਵੀ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਕੀਤਾ ਜੂਲੀਅਸ ਫਿਊਚਰ ਦੀ ਕਵਿਤਾ ਜਿਹੜੀ ਪੁਸਤਕ ਸੀਗੀ ਫਾਂਸੀ ਦੇ ਤਖਤੇ ਤੋਂ। ਮੈਂ ਇਹਨਾਂ ਦੀ ਗੱਲ ਨਾਲ 100% ਤੋਂ ਵੱਧ ਸਹਿਮਤ ਆ ਭਈ ਜਿਹੜਾ ਇੱਕ ਮਸ਼ੀਨੀ ਅਨੁਵਾਦ ਆ ਤੇ ਜਿਹੜਾ ਇੱਕ ਕ੍ਰੀਏਟਿਵ ਅਨੁਵਾਦ ਆ, ਇਹਦੇ ਵਿੱਚ ਲੱਖਾਂ ਕੋਹਾਂ ਦਾ ਫਰਕ ਆ। ਅਨੀਤਾ ਜੀ, ਆਈ ਰੀਅਲੀ ਐਗਰੀ ਵਿਦ ਯੂ। ਤੇ ਅਖੀਰ 'ਚ ਮੈਂ ਇੱਕ ਗੱਲ ਇਹ ਕਹਿ ਕੇ ਕਿਸੇ ਦੀ ਖੂਬਸੂਰਤੀ ਦੀ, ਉਹ ਭਾਵੇਂ ਸੂਰਤ ਦੀ ਹੋਵੇ ਭਾਵੇਂ ਸੀਰਤ ਦੀ, ਉਹਦੀ ਗੱਲ ਜ਼ਰੂਰ ਕਰਨੀ ਚਾਹੀਦੀ ਆ। ਮੈਂ ਇੱਕ ਵੇਲੇ ਇੱਕ ਸਾਡੀ ਮਿਸ ਇੰਡੀਆ ਬਣੀ ਸੀਗੀ ਨਫੀਸਾ ਅਲੀ, ਤੇ ਮੈਂ ਨਫੀਸਾ ਅਲੀ ਦੀ ਇੰਟਰਵਿਊ ਕੀਤੀ ਸੀਗੀ ਤੇ ਉਹਨੇ ਮੈਨੂੰ ਬੜੀ ਖੁਸ਼ੀ ਨਾਲ ਦੱਸਿਆ ਸੀਗਾ ਕਿ ਮੈਂ ਤਾਂ ਭਾਈ ਪੰਜਾਬੀਆਂ ਦੀ ਭਰਜਾਈ ਆ, ਮੈਂ ਇੱਕ ਸਰਦਾਰ ਨਾਲ ਵਿਆਹੀ ਹੋਈ ਆ। ਤੇ ਉਹਦੀ ਖੂਬਸੂਰਤੀ 'ਚ ਮੈਂ ਉਹਦਾ ਮੌਕੇ ਤੇ ਜ਼ਿਕਰ ਕੀਤਾ ਸੀਗਾ ਕਿ ਤੇਰਾ ਗੁਲਾਬੀ ਚਿਹਰਾ ਤੇ ਤੇਰੇ ਗ੍ਰੇ ਹੇਅਰ, ਤੇਰੀ ਜਿਹੜੀ ਖੂਬਸੂਰਤੀ ਆ ਉਹਦੇ 'ਚ ਬਹੁਤ ਵਾਧਾ ਕਰਦੇ ਆ। ਤੇ ਅੱਜ ਅਨੀਤਾ ਵੱਲ ਦੇਖ ਕੇ ਮੈਨੂੰ ਵਨੀਤਾ ਵੱਲ ਦੇਖ ਕੇ ਉਹ ਲਫ਼ਜ਼ ਜਿਹੜੇ ਆ ਨਫੀਸਾ ਅਲੀ ਨੂੰ ਜੋ ਮੈਂ ਕਹੇ ਸੀਗੇ ਉਹ ਯਾਦ ਆ ਰਹੇ ਨੇ। ਤੇ ਮੈਂ ਵਨੀਤਾ ਜੀ ਇੱਕ ਨਿੱਕੀ ਜਿਹੀ ਗੱਲ ਜਿਹੜੀ ਆ ਨਾ ਉਹ ਤੁਹਾਡੇ ਕੋਲ ਜਾਣਨੀ ਚਾਹਾਂਗਾ। ਮੇਰਾ ਇੱਕ ਨਿੱਕਾ ਜਿਹਾ ਸਵਾਲ ਆ ਕਿ ਜਿਹੜਾ ਸੋਸ਼ਲ ਮੀਡੀਆ ਆਇਆ ਨਾ, ਇਹਨੇ ਸਾਨੂੰ ਬਹੁਤ ਲਿਟਰੇਚਰ ਨੂੰ ਫੈਲਾਉਣ ਦੇ ਵਿੱਚ ਮਦਦ ਕੀਤੀ ਆ, ਖਾਸ ਕਰਕੇ ਪੋਇਟਰੀ ਨੂੰ। ਔਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਬਾਕੀ ਭਾਸ਼ਾਵਾਂ ਦਾ ਤਾਂ ਮੈਨੂੰ ਪਤਾ ਨਹੀਂ ਕਿ ਪੰਜਾਬੀ ਦੇ ਵਿੱਚ ਅਣਗਿਣਤ ਮੁੰਡੇ ਕੁੜੀਆਂ ਜਿਹੜੇ ਆ ਉਹ ਕਵਿਤਾ ਲਿਖ ਰਹੇ ਨੇ। ਬੜੀ ਖੁਸ਼ੀ ਦੀ ਗੱਲ ਆ ਇਹ ਕਿ ਸਾਨੂੰ ਇੱਕ ਬਹੁਤ ਵੱਡਾ ਪਲੇਟਫਾਰਮ ਜਿਹੜਾ ਦੁਨੀਆ ਦੇ ਪੱਧਰ ਤੇ ਮਿਲਿਆ। ਪਰ ਵਨੀਤਾ ਜੀ, ਇਹਦੇ ਨਾਲ ਹੀ ਇੱਕ ਗੱਲ ਇਹ ਵੀ ਮੈਨੂੰ ਲੱਗਦੀ ਆ ਕਿ ਜਦੋਂ ਅਸੀਂ ਪੋਇਟਰੀ ਦੀ ਕਿਤਾਬ ਛਪਾਉਂਦੇ ਆ ਜਾਂ ਕਈ ਵਾਰੀ ਕਾਹਲੀ ਕਰਦੇ ਆ ਤਾਂ ਉਹਦੇ ਵਿੱਚ ਨਾ ਬਹੁਤ ਹਲਕੇ ਪੱਧਰ ਦੀ ਜਿਹੜੀ ਪੋਇਟਰੀ ਆ ਉਹ ਵੀ ਛਪ ਜਾਂਦੀ ਆ। ਤੇ ਕੀ ਕੋਈ ਇਦਾਂ ਦਾ ਐਡੀਟਿੰਗ ਦਾ, ਕੋਈ ਸਲਾਹ ਲੈਣ ਦਾ ਕੋਈ ਸਿਲਸਿਲਾ ਕਵੀਆਂ ਵਾਸਤੇ, ਕਵਿਤਰੀਆਂ ਵਾਸਤੇ ਬਣ ਸਕਦਾ ਆ ਕਿ ਉਹਨਾਂ ਦੀਆਂ ਜਿਹੜੀਆਂ ਪਰਪੱਕ ਤੇ ਸਟੈਂਡਰਡ ਦੀਆਂ ਰਚਨਾਵਾਂ ਨੇ ਉਹ ਵੀ ਪਾਠਕਾਂ ਤੱਕ ਜਾਣ? ਨੀਤਾ ਜੀ ਪਲੀਜ਼। ਰਾਮੂ, ਇਹ ਨਾ ਕਾਫੀ ਅਸੀਂ ਨਕਸ਼ ਮੈਗਜ਼ੀਨ ਰਿਲੀਜ਼ ਕਰਨ ਗਏ ਸੀਗੇ ਤੇ ਉੱਥੇ ਮੈਂ ਇਹੀ ਗੱਲ ਕਹੀ ਸੀ ਕਿ ਵੀ ਜਿਹੜੇ ਨਵੇਂ ਨੌਜਵਾਨ ਪੀੜ੍ਹੀ ਹੈ ਜਦੋਂ ਸੋਸ਼ਲ ਮੀਡੀਆ ਤੇ ਜੁੜ ਕੇ ਆਪਣੀ ਰਚਨਾਵਾਂ ਪੇਸ਼ ਕਰ ਰਹੀ ਹੈ ਤੇ ਉਹਦੇ 'ਚ ਫਿਰ ਜਿਹੜਾ ਐਡੀਟਰ ਹੈ ਨਾ, ਤੁਸੀਂ ਵੀ ਈ ਮੈਗਜ਼ੀਨ ਕੱਢ ਰਹੇ ਹੋ ਤੇ ਉਹਨਾਂ 'ਚੋਂ ਜਿਹੜੀਆਂ ਤੁਹਾਨੂੰ ਬਹੁਤ ਅੱਛੀਆਂ ਰਚਨਾਵਾਂ ਲੱਗਣ, ਉਹਨਾਂ ਨੂੰ ਜਦੋਂ ਤੁਸੀਂ ਆਪਣੇ ਮੈਗਜ਼ੀਨ ਦੇ ਵਿੱਚ ਸਪੇਸ ਦਿਓਗੇ ਨਾ, ਈ ਮੈਗਜ਼ੀਨ ਦੇ ਵਿੱਚ, ਉਹ ਆਪਣੇ ਆਪ ਇੱਕ ਫਰਕਾ ਕਰ ਦੇਗਾ ਕਿ ਵੀ ਆਹ ਰਚਨਾਵਾਂ ਬੜੀਆਂ ਫਾਇਦੀਆਂ ਤੇ ਬਾਕੀ ਦੀਆਂ ਨੂੰ ਹਾਲੇ ਥੋੜੀ ਮਿਹਨਤ ਕਰਨ ਦੀ ਲੋੜ ਹੈ। ਤੇ ਇਸ ਤਰ੍ਹਾਂ ਦੇ ਈ ਮੀਡੀਆ ਨੂੰ ਈ ਮੈਗਜ਼ੀਨ ਦੇ ਨਾਲ ਅਸੀਂ ਕਰਕੇ ਤੇ ਪ੍ਰੋਤਸਾਹਿਤ ਕਰ ਸਕਦੇ ਹਾਂ। ਮੈਨੂੰ ਲੱਗਦਾ ਕਿ ਚੰਗੀ ਸ਼ੁਰੂਆਤ ਹੋਏਗੀ। ਉਹਦੇ ਨਾਲ ਫਿਰ ਜਿਹੜੇ ਬਰਡਿੰਗ ਪੋਇਟਸ ਜਾਂ ਰਾਈਟਰਸ ਹੈ ਉਹਨਾਂ ਨੂੰ ਜਦੋਂ ਈ ਮੈਗਜ਼ੀਨਸ ਦੇ ਵਿੱਚ ਹੀ ਸਪੇਸ ਮਿਲੇਗੀ ਨਾ ਤਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਵੀ ਉਹ ਫਲਾਣੇ ਕੋਲੋਂ ਇਹਦੀ ਰਚਨਾ ਜ਼ਿਆਦਾ ਚੰਗੀ ਸੀਗੀ ਤਾਂ ਇਸ ਕਰਕੇ ਉਹਨੂੰ ਸਪੇਸ ਮਿਲੀ ਹੈ। ਤਾਂ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਉਹ ਕਿੱਥੇ ਖੜੇ ਨੇ। ਇਹ ਇੱਕ ਸੁਝਾਅ ਹੈ, ਹੋ ਸਕਦਾ ਹੈ ਇਹਦੇ ਨਾਲ। ਬਹੁਤ ਸ਼ੁਕਰੀਆ ਜੀ। ਧੰਨਵਾਦ ਦੇ ਸ਼ਬਦਾਂ ਲਈ ਅਸੀਂ ਆਪਣੇ ਜਿਹੜੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਐਡਵਾਈਜ਼ਰ ਸਾਡੇ ਪਿਆਰਾ ਸਿੰਘ ਕੁਦੋਵਾਲ ਜੀ, ਉਹਨਾਂ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਉਹ ਇਸ ਪ੍ਰੋਗਰਾਮ ਨੂੰ ਸਮ ਅਪ ਕਰਨ। ਪਿਆਰਾ ਸਿੰਘ ਕੁਦੋਵਾਲ ਜੀ। ਥੈਂਕ ਯੂ ਡਾਕਟਰ ਕੁਲਜੀਤ ਜੀ, ਪ੍ਰੋਫੈਸਰ ਕੁਲਜੀਤ, ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਲਈ। ਅੱਜ ਦਾ ਪ੍ਰੋਗਰਾਮ ਜੋ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਤੇ ਪੰਜਾਬ ਸਾਹਿਤ ਅਕੈਡਮੀ ਔਰ ਇਹਨਾਂ ਦੇ ਜਿਹੜੇ ਸਰਪ੍ਰਸਤ ਨੇ ਰਮਿੰਦਰ ਰੰਮੀ ਜੀ ਤੇ ਡਾਕਟਰ ਸਰਬਜੀਤ ਕੌਰ ਸੋਲ ਜੀ ਹੋਰਾਂ ਵੱਲੋਂ ਖਾਸ ਤੌਰ ਤੇ ਡਾਕਟਰ ਵਨੀਤਾ ਜੀ ਦੇ ਰੂਬਰੂ ਦੇ ਸੰਬੰਧ ਵਿੱਚ ਕੀਤਾ ਗਿਆ ਸੀਗਾ। ਔਰ ਇਹ ਬਹੁਤ ਹੀ
ਵਧੀਆ ਪ੍ਰੋਗਰਾਮ ਹੋ ਨਿਠਿਆ। ਔਰ ਇਸ ਦੀ ਸ਼ੁਰੂਆਤ ਜਿਵੇਂ ਅਸੀਂ ਜਾਣਦੇ ਹਾਂ ਰਿੰਟੂ ਭਾਟੀਆ ਜੀ ਨੇ ਆਪਣੇ ਬਹੁਤ ਹੀ ਕੂਲ ਆਵਾਜ਼ ਵਿੱਚ ਉਹਨਾਂ ਨੇ ਕੀਤੀ। ਔਰ ਉਸ ਤੋਂ ਬਾਅਦ ਉਹਨਾਂ ਨੇ ਵਨੀਤਾ ਜੀ ਨੂੰ ਵੈਸੇ ਬਹੁਤ ਹੀ ਸੋਹਣੇ ਸ਼ਬਦਾਂ ਦੇ ਨਾਲ ਸੰਬੋਧਿਤ ਕੀਤਾ, ਜਿੱਦਾਂ ਮਤਲਬ ਇੱਤਰ ਦੀ ਦੁਕਾਨ ਜਾਂ ਮਤਲਬ ਇਸ ਤਰ੍ਹਾਂ ਦੀ ਜਿਹੜੀ ਮਹਿਕ ਬਣਦੀ ਸ਼ਖਸੀਅਤ ਦੇ ਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਅੱਜ, ਬੜੀ ਅੱਛੀ ਲੱਗੀ। ਔਰ ਉਹਨਾਂ ਤੋਂ ਪਹਿਲਾਂ ਜਿਹੜਾ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੇ ਜਿਸ ਤਰੀਕੇ ਨਾਲ ਦੀਵਾਲੀ ਦੇ ਸੰਬੰਧ ਵਿੱਚ ਗੱਲ ਕੀਤੀ, ਜੋ ਉਹਨਾਂ ਨੇ ਆਪਣੇ ਇੰਸਟੀਟਿਊਸ਼ਨਸ ਦੇ ਵਿੱਚ ਦੀਵਾਲੀ ਜਿਹੜੀ ਉਹ ਸੈਲੀਬ੍ਰੇਟ ਕੀਤੀ, ਔਰ ਗ੍ਰੀਨ ਦੀਵਾਲੀ ਦਾ ਜਿਹੜਾ ਕਨਸੈਪਟ ਆ ਜਿਹਦੀ ਅਸੀਂ ਅੱਜ ਕੱਲ੍ਹ ਗੱਲ ਸੁਣਦੇ ਆ ਰਹੇ ਹਾਂ ਕੁਝ ਚਿਰਾਂ ਤੋਂ, ਪਰ ਇਹਨਾਂ ਨੇ ਜਿਸ ਤਰੀਕੇ ਨਾਲ ਆਪਣੇ ਇੰਸਟੀਟਿਊਸ਼ਨ ਦੇ ਵਿੱਚ ਬੱਚਿਆਂ ਦੇ ਥਰੂ ਜਿਹੜੀ ਗ੍ਰੀਨ ਦੀਵਾਲੀ ਦਾ ਕਨਸੈਪਟ ਸਾਹਮਣੇ ਲੈ ਕੇ ਆਂਦਾ, ਬਹੁਤ ਅੱਛਾ ਲੱਗਾ ਮੈਨੂੰ ਸੁਣ ਕੇ। ਔਰ ਸ਼ੁਰੂਆਤ ਕਿਤੇ ਨਾ ਕਿਤੇ ਹੋਣੀ ਚਾਹੀਦੀ ਹੈ। ਔਰ ਜਦੋਂ ਇਹ ਆਪ ਕਿਉਂਕਿ ਡਾਇਰੈਕਟਰ ਨੇ ਆਪਣੀਆਂ ਸਕੂਲਾਂ ਦੇ ਪ੍ਰਿੰਸੀਪਲਸ ਨੇ ਔਰ ਸਾਹਿਤ ਦੇ ਨਾਲ ਔਰ ਐਜੂਕੇਸ਼ਨ ਦੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਨੇ, ਤੇ ਜਦੋਂ ਇਸ ਤਰ੍ਹਾਂ ਦੇ ਲੀਡਰ ਜਿਹੜੇ ਨੇ ਉਹ ਅਗਾਂਹ ਵੱਧ ਕੇ ਜਿਹੜਾ ਸਾਡਾ ਇਨਵਾਇਰਨਮੈਂਟ ਆ ਉਹਨੂੰ ਪ੍ਰੋਟੈਕਟ ਕਰਨ ਦੀ ਆਪਣੇ ਸਟੂਡੈਂਟਸ ਦੇ ਵਿੱਚ, ਆਪਣੇ ਬੱਚਿਆਂ ਦੇ ਵਿੱਚ, ਆਪਣੀ ਇੰਸਟੀਟਿਊਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਗ੍ਰੀਨ ਦੀਵਾਲੀ ਦੀ ਗੱਲ ਕਰਦੇ ਆ, ਤਾਂ ਨੈਚੁਰਲੀ ਉਹ ਗੱਲ ਬਹੁਤ ਦੂਰ ਤੱਕ ਜਾਂਦੀ ਹੈ। ਮੇਰੀਆਂ ਸ਼ੁਭ ਕਾਮਨਾਵਾਂ ਕਿ ਅਸੀਂ ਆਪਣੇ এনवायरमेंट ਨੂੰ ਬਚਾਉਣ ਵਾਸਤੇ ਡਾਕਟਰ ਸਰਬਜੀਤ ਕੌਰ ਸੋਹਲ ਦੀ ਤਰ੍ਹਾਂ ਹੋਰ ਵੀ ਸਾਰੇ ਜਾਣੇ ਕਿ ਯਤਨਸ਼ੀਲ ਹੋਈਏ। ਔਰ ਉਸ ਯਤਨਸ਼ੀਲ ਹੋਣ ਵਾਸਤੇ ਜਿਹੜਾ ਕਿ ਇੱਥੇ ਜਿਵੇਂ ਕੱਲ ਨੂੰ ਦੀਵਾਲੀ ਹੈ, ਤੁਹਾਡੇ ਉੱਤੇ ਦੀਵਾਲੀ ਹੈ, ਤੇ ਅਸੀਂ ਅੱਜ ਤੋਂ ਹੀ ਇਸ ਗੱਲ ਦਾ ਪ੍ਰੈਕਟਿਸ ਕਰਨੀ ਸ਼ੁਰੂ ਕਰੀਏ ਕਿ ਅਸੀਂ ਆਪਣੇ ਨੂੰ ਰਜਿਸਟ ਕਰ ਸਕਾਂਗੇ ਉਹ ਪਟਾਕੇ ਵਜਾਉਣ ਤੋਂ ਜਾਂ ਆਤਿਸ਼ਬਾਜ਼ੀ ਚਲਾਉਣ ਤੋਂ। ਉਹਦੀ ਜਗ੍ਹਾ ਅਸੀਂ ਗ੍ਰੀਨ ਦੀਵਾਲੀ ਦਾ ਜਿਹੜਾ ਕਨਸੈਪਟ ਆ ਆਪਣੇ ਘਰਾਂ ਵਿੱਚ ਲੈ ਕੇ ਆਈਏ। ਆਪਣੇ ਘਰਾਂ ਤੋਂ ਸ਼ੁਰੂ ਕਰਾਂਗੇ ਤੇ ਉਹ ਬਾਕੀਆਂ ਵਿੱਚ ਵੀ ਜਾਏਗਾ। ਡਾਕਟਰ ਸੋਹਲ, ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਕਨਸੈਪਟ ਨੂੰ ਪ੍ਰੈਕਟੀਕਲ ਰੂਪ ਦੇਣ ਲਈ। ਥੈਂਕ ਯੂ। ਉਸ ਤੋਂ ਬਾਅਦ ਡਾਕਟਰ ਪ੍ਰੋਫੈਸਰ ਕੁਲਜੀਤ ਹੋਰਾਂ ਨੇ ਜਿਸ ਖੂਬਸੂਰਤ ਅੰਦਾਜ਼ ਵਿੱਚ ਜਿਹੜਾ ਪਹਿਲਾ ਸਵਾਲ ਪੁੱਛਿਆ ਸੀਗਾ, ਉਹ ਸ਼ਬਦਾਂ ਨੂੰ ਮੈਂ ਦੁਹਰਾ ਨਹੀਂ ਸਕਦਾ ਕਿਉਂਕਿ ਉਹ ਉਹੀ ਕਰ ਸਕਦੇ ਸੀਗੇ, ਪਰ ਮੇਰੀ ਵੀ ਇੱਛਾ ਰਹੇਗੀ ਕਿ ਮੈਂ ਦੁਬਾਰਾ ਜਦੋਂ ਪ੍ਰੋਗਰਾਮ ਸੁਣਾਂਗਾ ਤੇ ਇਹਨਾਂ ਦੇ ਉਸ ਸਵਾਲ ਨੂੰ ਮੈਂ ਦੁਬਾਰਾ ਜ਼ਰੂਰ ਸੁਣਾਂਗਾ। ਕਿੰਨੀ ਡੀਟੇਲ ਦੇ ਵਿੱਚ ਖੂਬਸੂਰਤ ਸ਼ਬਦਾਂ ਦੇ ਵਿੱਚ ਇਹਨਾਂ ਨੇ ਪਹਿਲਾ ਸਵਾਲ ਡਾਕਟਰ ਵਨੀਤਾ ਜੀ ਨੂੰ ਪੁੱਛਿਆ। ਡਾਕਟਰ ਵਨੀਤਾ ਜੀ ਨੂੰ ਇਸ ਵਾਰ ਮੇਰਾ ਬਹੁਤ ਵੱਡਾ ਸੁਭਾਗ ਰਿਹਾ ਆਪਣੀ ਜ਼ਿੰਦਗੀ ਦਾ, ਇਸ ਤਰ੍ਹਾਂ ਕਿ ਪਿਛਲੇ 2-3 ਹਫ਼ਤਿਆਂ ਦੇ ਵਿੱਚ ਹੀ ਇਹਨਾਂ ਨੂੰ ਕੱਲ ਤੀਜੀ ਵਾਰੀ ਤੇ ਅੱਜ ਜਾਣੀ ਕਿ ਤੀਜੀ ਵਾਰੀ ਸੁਣਨ ਦਾ ਮੌਕਾ ਮਿਲਿਆ। ਪਹਿਲਾਂ ਇਹਨਾਂ ਨੇ ਕਾਨਫਰੰਸ ਦੇ ਵਿੱਚ ਡਾਕਟਰ ਰਵੇਲ ਸਿੰਘ ਹੋਰਾਂ ਦਾ ਲਿਖਿਆ ਹੋਇਆ ਜਿਹੜਾ ਪੇਪਰ ਸੀਗਾ, ਕੀਨੋਟ ਸਪੀਚ ਜਿਹੜੀ ਇਹਨਾਂ ਨੇ ਦਿੱਤੀ, ਔਰ ਉਸ ਸਪੀਚ ਦੇ ਵਿੱਚ ਜਿਵੇਂ ਕਿ ਡਾਕਟਰ ਰਵੇਲ ਸਿੰਘ ਨੇ ਕਹਿ ਕੇ ਗਏ ਨੇ ਕਿ ਉਹ ਜਦੋਂ ਆਲੋਚਨਾ ਦੀ ਗੱਲ ਕਰਦੇ ਨੇ ਤੇ ਉਹਨਾਂ ਦੀ ਭਾਸ਼ਾ ਦੇ ਵਿੱਚ ਭਾਵਨਾ ਹਾਵੀ ਨਹੀਂ ਹੁੰਦੀ ਤੇ ਪੋਇਟਰੀ ਦੇ ਵਿੱਚ ਆਲੋਚਨਾ ਨਹੀਂ, ਪਰ ਇਹਨਾਂ ਦਾ ਜਿਹੜਾ ਕੀਨੋਟ ਉਦੋਂ ਸਪੀਚ ਸੀਗੀ, ਮੈਂ ਤੁਹਾਨੂੰ ਦੱਸਦਾ ਕਿ ਆਈ ਥੋਰਲੀ ਇੰਜੋਇਡ ਇਟ। ਔਰ ਨਾ ਸਿਰਫ ਮੈਂ, ਹੋਰ ਵੀ ਬਹੁਤ ਲੋਕਾਂ ਨੇ ਜਿਹੜੇ ਸਿਆਣੇ ਲੋਕ ਸੀਗੇ ਕਿ ਇਹਨਾਂ ਨੇ ਉਸ ਨੂੰ ਇਸ ਤਰੀਕੇ ਨਾਲ ਐਕਸਪਲੇਨ ਕੀਤਾ, ਬਹੁਤ ਅੱਛਾ ਲੱਗਾ। ਕੱਲ ਵੀ ਇਹਨਾਂ ਨੇ ਨਕਸ਼ਬੰਦੀ ਦੇ ਉੱਤੇ ਬੜੀ ਖੂਬਸੂਰਤ ਗੱਲ ਕੀਤੀ ਔਰ ਉਹਨਾਂ ਨੂੰ ਬਹੁਤ ਵਧੀਆ ਗੱਲਾਂ ਦੱਸੀਆਂ, ਤੇ ਅੱਜ ਜਿਸ ਡਿਟੇਲ ਦੇ ਵਿੱਚ ਅਸੀਂ ਇਹਨਾਂ ਦੇ ਜੀਵਨ ਬਾਰੇ ਜਾਣ ਸਕੇ ਹਾਂ ਔਰ ਜਿਸ ਸਹਿਜ ਦੇ ਨਾਲ ਇਹਨਾਂ ਨੇ ਆਪਣੇ ਜੀਵਨ ਬਾਰੇ ਸਾਡੀ ਦੇ ਸਾਹਮਣੇ ਆਪਣੇ ਆਪ ਨੂੰ ਰੱਖਿਆ ਹੈ, ਇਹ ਬਹੁਤ ਹੀ ਉੱਚੇ ਦਰਜੇ ਦੀ ਗੱਲਬਾਤ ਸੀਗੀ ਔਰ ਮੈਨੂੰ ਬਹੁਤ ਅੱਛਾ ਲੱਗਾ ਇਹਨਾਂ ਬਾਰੇ ਔਰ ਇਹਨਾਂ ਦੀ ਸੋਚ ਬਾਰੇ ਜਾਣ ਕੇ। ਔਰ ਇੰਨੇ ਜਿਹੜੇ ਚਾਹੇ ਇਹਨਾਂ ਵਾਸਤੇ ਉਹ ਇੰਨੇ ਮੁਸ਼ਕਿਲ ਨਹੀਂ ਮੈਨੂੰ ਲੱਗਦੇ ਸੀਗੇ ਕਿ ਫਿਰ ਵੀ ਇੱਕ ਜੀਵਨ ਦੇ ਦੂਸਰੇ ਪੜਾਅ ਦੇ ਵਿੱਚ ਆ ਕੇ ਆਪਣੀ ਐਜੂਕੇਸ਼ਨ ਨੂੰ ਕੰਪਲੀਟ ਕਰਨਾ ਔਰ ਸਾਹਿਤ ਦੇ ਵਿੱਚ ਇੰਨਾ ਉੱਚਾ ਨਾਮ ਜਿਹੜਾ ਉਹ ਹਾਸਲ ਕਰਨਾ, ਮੈਂ ਸਮਝਦਾ ਕਿ ਇਹਨਾਂ ਦੀ ਮਿਹਨਤ, ਲਗਨ ਔਰ ਇਹਨਾਂ ਦੀ ਜਿਹੜੀ ਬਹੁਤ ਹੀ ਸਹਿਜ ਜਿਹੜੀ ਇਹਨਾਂ ਦਾ ਜੀਵਨ ਆ, ਇਹ ਉਹਦੇ ਕਰਕੇ ਇਹ ਪ੍ਰਾਪਤੀਆਂ ਇਹ ਸਾਰੀਆਂ ਕਰ ਸਕੇ। ਅੱਜ ਇਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਔਰ ਇਹਨਾਂ ਦੀ ਗੱਲਬਾਤ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੈਂ ਇਸ ਰੂਬਰੂ ਨੂੰ ਸਾਰੇ ਨੂੰ ਮਾਣ ਸਕਿਆ। ਖਾਸ ਤੌਰ ਤੇ ਜਿਹੜਾ ਇਹਨਾਂ ਨੇ ਇੱਕ ਨਵੀਂ ਜਿਹੜੀ ਗੱਲ ਸ਼ੁਰੂ ਕੀਤੀ ਹੈ ਸਿਸਟਰਹੁੱਡ ਦੀ, ਇਹਨਾਂ ਨੇ ਕੱਲ ਵੀ ਇਹ ਗੱਲ ਕੀਤੀ ਸੀਗੀ ਔਰ ਮੇਰਾ ਖਿਆਲ ਪਹਿਲੀ ਵਾਰੀ ਵੀ ਮੈਂ ਇਹਨਾਂ ਕੋਲ ਸੁਣਿਆ ਸੀ। ਇੱਕ ਨਵੀਂ ਲਹਿਰ ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਸ਼ੁਰੂ ਕਰ ਰਹੇ ਨੇ ਕਿ ਸਾਰੀਆਂ ਹੀ ਭੈਣਾਂ ਨੂੰ, ਔਰਤਾਂ ਨੂੰ
ਜਿੰਨੀਆਂ ਵੀ ਦੋਸਤ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਅਗਾਂਹਵਧੀ ਸੋਚ ਜਿਹੜੀ ਆ ਅਪਣਾਉਣੀ ਚਾਹੀਦੀ ਹੈ। ਜਿਹੜੀ ਉਹ ਪਿੱਠ ਪਿੱਛੇ ਗੱਲਬਾਤ ਹੁੰਦੀ ਹੈ ਉਹਨੂੰ ਬਿਲਕੁਲ ਖਾਰਜ ਕਰਨਾ ਚਾਹੀਦਾ। ਉਹ ਸਾਨੂੰ ਖੁਦ ਨੂੰ ਸੋਚਣੀ ਚਾਹੀਦੀ ਹੈ ਕਿ ਜਦੋਂ ਅਸੀਂ ਪਿੱਠ ਪਿੱਛੇ ਕਿਸੇ ਦੀਆਂ ਗੱਲਾਂ ਕਰਦੇ ਹਾਂ ਕਿ ਅਸੀਂ ਸਹੀ ਕਰ ਰਹੇ, ਜੇ ਅਸੀਂ ਉੱਥੇ ਹੀ ਉਸਨੂੰ ਡਿਲੀਟ ਕਰ ਦਈਏ ਤਾਂ ਮੇਰਾ ਖਿਆਲ ਕਿ ਗ੍ਰੈਜੂਅਲੀ ਵਿਦਨ ਅ ਈਅਰ ਸਾਡੀ ਇਹ ਆਦਤ ਜਿਹੜੀ ਉਹ ਖਤਮ ਹੋ ਜਾਏਗੀ ਕਿ ਨਹੀਂ ਮੈਂ ਪਿੱਠ ਪਿੱਛੇ ਗੱਲ ਨਹੀਂ ਕਰਨੀ। ਜੇ ਮੈਨੂੰ ਕੋਈ ਸਵਾਲ ਹੋਇਆ ਆਈ ਵਿਲ ਪਿਕ ਅਪ ਦਾ ਫੋਨ ਐਂਡ ਟਾਕ ਟੂ ਹਰ ਐਂਡ ਉਸ ਤੋਂ ਬਾਅਦ ਅਸੀਂ ਕਲੈਰਿਟੀ ਕਰਕੇ ਅੱਗੇ ਵੱਧ ਸਕਦੇ ਹਾਂ। ਤੇ ਮੇਰਾ ਖਿਆਲ ਜਿਹੜਾ ਡਿਲੀਟ ਬਟਨ ਆ ਉਹ ਨਾ ਸਿਰਫ ਕੰਪਿਊਟਰ ਤੇ ਹੁੰਦਾ, ਸਾਡੇ ਮਾਈਂਡ ਵਿੱਚ ਵੀ ਹੁੰਦਾ। ਅਗਰ ਅਸੀਂ ਉਸਨੂੰ ਅਪਣਾ ਲਈਏ ਤਾਂ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਦੂਰ ਰਹਿ ਸਕਾਂਗੇ। ਅਸੀਂ ਮੋਰ ਜਿਹੜੀ ਸਿਸਟਰਹੁੱਡ ਵਾਲੀ, ਮੈਂ ਵੈਸੇ ਭਰਾਤਰੀ ਭਰਾ ਕਹਿਣ ਲੱਗਾ ਸੀ ਪਰ ਕਿਉਂਕਿ ਸਿਸਟਰਹੁੱਡ ਦੀ ਗੱਲ ਚੱਲ ਰਹੀ ਹੈ ਤੇ ਅਸੀਂ ਮੋਰ ਸਿਸਟਰਹੁੱਡ ਜਿਹੜਾ ਉਹ ਕ੍ਰੀਏਟ ਕਰ ਸਕਾਂਗੇ। ਔਰ ਮੈਂ ਤੁਹਾਨੂੰ ਦੱਸਦਾ ਕਿ ਜੇ ਸਿਸਟਰਹੁੱਡ ਇਸ ਤਰੀਕੇ ਨਾਲ ਕ੍ਰੀਏਟ ਹੋ ਜਾਂਦੀ ਹੈ ਤੇ ਸਮਾਜ ਹੋਰ ਵੀ ਬਿਹਤਰ ਹੋ ਸਕਦਾ ਹੈ। ਤੇ ਜਿਹੜਾ ਆਦਮੀਆਂ ਦੀ, ਜਿਵੇਂ ਇਹਨਾਂ ਨੇ ਗੱਲ ਕੀਤੀ ਸੀ ਕਿ ਅਜੇ ਵੀ 93% ਜਾਂ 95% ਉਹਨਾਂ ਦੀ ਸਰਦਾਰੀ ਚੱਲਦੀ ਹੈ, ਉਹ ਵੀ ਬੈਲੈਂਸ ਹੋ ਜਾਏਗੀ। ਸਰਦਾਰੀ ਘਟਾਉਣ ਦੀ ਜਾਂ ਉੱਪਰ ਚੱਕਣ ਦੀ ਗੱਲ ਨਹੀਂ ਹੈ, ਗੱਲ ਬੈਲੈਂਸ ਹੋਣ ਦੀ, ਇਕੁਅਲ ਹੋਣ ਦੀ ਹੈ। ਉਹ ਬੈਲੈਂਸ ਸਿਰਜਣ ਦੀ ਹੈ। ਜਦੋਂ ਉਹ ਬੈਲੈਂਸ ਸਿਰਜਿਆ ਗਿਆ ਤੇ ਸਾਡਾ ਸਮਾਜ ਜਿਹੜਾ ਉਹ ਹਰ ਗੱਲ ਵਿੱਚ ਅੱਗੇ ਵਧੇਗਾ। ਅਸੀਂ ਮਿਲ ਕੇ ਚੱਲਾਂਗੇ, ਚਾਹੇ ਉਹ ਗ੍ਰੀਨ ਰੈਵੋਲੂਸ਼ਨ, ਜਿਵੇਂ ਇਹਨਾਂ ਨੇ ਗ੍ਰੀਨ ਦੀਵਾਲੀ ਦੀ ਗੱਲ ਕੀਤੀ ਹੈ, ਇਨਵਾਇਰਮੈਂਟ ਦੀ ਗੱਲ ਕੀਤੀ ਹੈ, ਸਮਾਜ ਵਿੱਚ ਔਰਤਾਂ ਦੇ ਬਰਾਬਰ ਸਟੇਟਸ ਦੀ ਗੱਲ ਕੀਤੀ ਹੈ। ਜਿਹੜੀ ਉਹ ਵੀ ਗੱਲ ਆਈ ਹੈ ਕਿ ਆਨਰ ਕਿਲਿੰਗ ਦੀ ਜਿਹੜੀ ਗੱਲ ਹੈ ਉਹ ਵੀ ਖਤਮ ਹੋ ਜਾਏਗੀ। ਆਨਰ ਕਿਸ ਗੱਲ ਦਾ ਹੈਗਾ, ਰਾਈਟ, ਕਿ ਜੇ ਅਸੀਂ ਬੱਚੇ ਨੂੰ, ਧੀਆਂ ਨੂੰ, ਔਰਤਾਂ ਨੂੰ ਉਹ ਸੋਚ ਦਾ ਅਧਿਕਾਰ ਦੇਵਾਂਗੇ ਔਰ ਅਗਰ ਸਹੀ ਪਾਸੇ ਜਾ ਰਹੀਆਂ ਨੇ ਤੇ ਕੁਦਰਤੀ ਗੱਲ ਹੈ ਕਿ ਉਹ ਬੈਲੈਂਸ ਜਿਹੜਾ ਉਹ ਕ੍ਰੀਏਟ ਹੋ ਜਾਏਗਾ। ਤੇ ਯੈਸ, I agree with that sisterhood। ਤੇ ਜਿਹੜੀ ਉਹ ਇਹਨਾਂ ਨੇ 3C ਵਾਲੀ ਗੱਲ ਕੀਤੀ ਸੀਗੀ, ਉਹ ਕੁਦਰਤੀ ਗੱਲ ਆਪਣੇ ਆਪ ਉਹ ਡਿਮਿਨਿਸ਼ ਹੋਣਾ ਸ਼ੁਰੂ ਹੋ ਜਾਏਗੀ। ਯੂਰਪ ਵਿੱਚ ਕਾਫੀ ਜਿਹੜੀ ਇਹ ਡਿਮਿਨਿਸ਼ ਹੋਈ ਹੈ, ਸਾਡੇ ਦੇਸ਼ ਵਿੱਚ ਵੀ ਇਹ ਹੋਏਗੀ। ਕਿਉਂ ਨਹੀਂ ਹੋਏਗੀ? ਸਾਡੇ ਦੇਸ਼ ਦੇ ਵਿੱਚ ਜ਼ਿਆਦਾ ਲੋਕ ਐਜੂਕੇਟਡ ਨੇ ਯੂਰਪ ਦੇ ਨਾਲੋਂ, ਅਸੀਂ ਜ਼ਿਆਦਾ ਪੜ੍ਹਦੇ ਹਾਂ, ਸਾਡੇ ਕੋਲ ਜ਼ਿਆਦਾ ਸਿੱਖਿਆ ਲੈਣ ਦੇ ਸੋਰਸਿਸ ਹੈਗੇ ਨੇ। ਸੋ ਇਸ ਦੇ ਨਾਲ ਹੀ ਮੈਂ ਡਾਕਟਰ ਰਵੇਲ ਸਿੰਘ ਹੋਰਾਂ ਨੂੰ ਇੱਕ ਵਾਰ ਫੇਰ ਉਹਨਾਂ ਦੇ ਦਾਦਾ ਬਣਨ ਦੀ ਔਰ ਉਹਨਾਂ ਦੇ ਗ੍ਰੈਂਡ ਸਨ ਹੋਣ ਦੀ ਬਹੁਤ ਤਹਿ ਦਿਲ ਤੋਂ ਵਧਾਈ ਦਿੰਦਾ, ਕਿਉਂਕਿ ਇਹ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੁੰਦੀ ਹੈ ਘਰ ਵਿੱਚ ਬੱਚੇ ਦਾ ਆਉਣਾ। ਡਾਕਟਰ ਰਵਿੰਦਰਨਾਥ ਟੈਗੋਰ ਨੇ ਇੱਕ ਵਾਰੀ ਕਿਹਾ ਸੀ ਕਿ ਐਵਰੀ ਚਾਈਲਡ ਹੂ ਕਮਸ ਔਨ ਦਿਸ ਅਰਥ brings the message from the God that I have not fed up with this world yet। ਸੋ ਪਰਮਾਤਮਾ ਜਦੋਂ ਵੀ ਕੋਈ ਬੱਚਾ ਦੁਨੀਆ ਤੇ ਭੇਜਦਾ ਇੱਕ ਨਵਾਂ ਸੰਦੇਸ਼ ਲੈ ਕੇ ਆਉਂਦਾ ਤੇ ਅਸੀਂ ਉਸ ਸੰਦੇਸ਼ ਨੂੰ ਜੀ ਆਇਆਂ ਆਖਦੇ ਹਾਂ, ਉਸਨੂੰ ਵੈਲਕਮ ਆਖਦੇ ਹਾਂ ਔਰ ਉਸ ਵਾਸਤੇ ਢੇਰ ਸਾਰੀਆਂ ਦੁਆਵਾਂ ਜਿਹੜੀਆਂ ਉਸ ਬੱਚੇ ਨੂੰ ਵੀ ਦਿੰਦੇ ਹਾਂ ਔਰ ਡਾਕਟਰ ਰਵੇਲ ਸਿੰਘ ਨੂੰ ਵੀ ਦਿੰਦੇ ਹਾਂ। ਇਸੇ ਤਰ੍ਹਾਂ ਹੀ ਦੀਵਾਲੀ ਦਾ ਸੀਜ਼ਨ ਹੈ, ਦੀਵਾਲੀ ਹੈ ਔਰ ਦੀਵਾਲੀ ਦੀਆਂ ਵੀ ਆਪ ਸਭ ਨੂੰ, ਸਰੋਤਿਆਂ ਨੂੰ, ਜਿੰਨੇ ਵੀ ਸ਼ਾਮਲ ਹੋਏ ਨੇ ਉਹਨਾਂ ਸਾਰਿਆਂ ਨੂੰ ਢੇਰ ਸਾਰੀਆਂ ਮੁਬਾਰਕਾਂ, ਕਿਉਂਕਿ ਦੀਵਾਲੀ ਜਿਹੜੀ ਹੈ ਉਹ ਚਾਨਣ ਪੈਦਾ ਕਰਦੀ ਹੈ। ਅੱਜ ਜਿਹੜੀਆਂ ਵੀ ਗੱਲਾਂ ਡਾਕਟਰ ਵਨੀਤਾ ਨੇ ਜਾਂ ਡਾਕਟਰ ਸਰਬਜੀਤ ਕੌਰ ਸੋਹਲ ਹੋਣਾ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ, ਆਓ ਉਹਨਾਂ ਗੱਲਾਂ ਦੀ ਰੌਸ਼ਨੀ ਦੇ ਵਿੱਚ ਆਪਣੇ ਮਨ ਅੰਤਰ ਨੂੰ ਚਾਨਣ ਦਈਏ, ਉਹਨੂੰ ਰੁਸ਼ਨਾਈਏ, ਤਾਂ ਕਿ ਅਸੀਂ ਆਪਣੇ ਅੰਧੇਰੇ ਨੂੰ ਵੀ ਦੂਰ ਕਰ ਸਕੀਏ। ਜਿਹੜੇ ਸਾਡੇ ਅੰਦਰ ਸਦੀਆਂ ਤੋਂ ਸਾਡੇ ਜੈਨੇਟਿਕਸ ਦੇ ਵਿੱਚ ਬੈਠੇ ਹੋਏ ਨੇ, ਸਾਡੇ ਮਨਾਂ ਦੇ ਵਿੱਚ ਜਿਹੜੇ ਹਨੇਰੇ ਬੈਠੇ ਨੇ, ਉਹਨਾਂ ਨੂੰ ਵੀ ਕੱਟੀਏ, ਉੱਥੇ ਜਾ ਕੇ ਵੀ ਦੀਵਾ ਬਾਲ ਲਈਏ ਤਾਂ ਕਿ ਚਾਨਣ ਹੋ ਸਕੇ ਔਰ ਸਹੀ ਤਰੀਕੇ ਨਾਲ ਅਸੀਂ ਹਿਊਮੈਨਿਟੀ ਦੀ ਸੇਵਾ ਜਿਹੜੀ ਹੈ ਉਹ ਕਰ ਸਕੀਏ ਔਰ ਸਭ ਨੂੰ ਬਰਾਬਰ ਮੰਨ ਸਕੀਏ। ਬਹੁਤ ਸਾਰੀਆਂ ਹੋਰ ਵੀ ਗੱਲਾਂ ਮੈਂ ਕਹਿਣਾ ਚਾਹਾਂਗਾ ਪਰ ਮੈਂ ਟਾਈਮ ਜ਼ਿਆਦਾ ਨਹੀਂ ਲਵਾਂਗਾ। ਇਸ ਕਰਕੇ ਜਿੰਨੇ ਵੀ ਅੱਜ ਸਾਰੇ ਦੋਸਤ ਸਾਹਿਤਕਾਰ ਜਿਨ੍ਹਾਂ ਦਾ ਨਾਮ ਆਲਰੇਡੀ ਪ੍ਰੋਫੈਸਰ ਕੁਲਜੀਤ ਕੌਰ ਹੋਣਾ ਨੇ ਲੈ ਲਿਆ, ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਸਾਡੇ ਨਾਲ ਜੁਆਇਨ ਕਰਦੇ ਹੋ। ਰਮਿੰਦਰ ਰੰਮੀ ਜੀ ਨੇ ਗੁੱਸੇ ਹੋ ਜਾਣਾ ਬਾਅਦ ਵਿੱਚ ਜੇ ਮੇਰਾ ਦਾ ਨਾਮ ਨਾ ਲਿਆ। ਚਲੋ ਮੰਨ ਗਏ ਨੇ ਪਰ ਬੋਲ ਗੁੱਸੇ ਜੀ ਰਹੇ ਨੇ ਤੇ ਇਹਨਾਂ ਦਾ ਬਹੁਤ ਧੰਨਵਾਦ ਕਿ ਇਹ ਲਗਾਤਾਰ, ਜਿਵੇਂ ਡਾਕਟਰ ਸਰਬਜੀਤ ਨੇ ਕਿਹਾ ਹੈ ਕਿ ਅੱਧੀ ਰਾਤ ਨੂੰ ਵੀ ਮੈਸੇਜ ਇਹਨਾਂ ਦੇ ਆਉਂਦੇ ਰਹਿੰਦੇ ਨੇ, ਬਹੁਤ ਸਾਰੇ ਫੋਨਾਂ ਦੇ ਉੱਤੇ। ਸੋ ਇਹਨਾਂ ਦਾ ਸਿਰੜ ਹੈ, ਮੈਂ ਸਮਝਦਾ ਕਿ ਜਿਹੜਾ ਇਹ ਲਗਾਤਾਰ ਲੱਗੇ ਹੋਏ ਨੇ ਔਰ ਸਾਨੂੰ ਸਾਰਿਆਂ ਨੂੰ ਇਹਨਾਂ ਨੇ ਜੋੜਿਆ ਹੋਇਆ, ਇਹਨਾਂ ਦਾ ਬਹੁਤ ਧੰਨਵਾਦ। ਔਰ ਇਸੇ ਤਰ੍ਹਾਂ ਹੀ ਇਹ ਜੁੜੇ ਰਹਿਣ, ਖੁਸ਼ ਰਿਹਾ ਕਰਨ, ਤੰਦਰੁਸਤ ਰਹਿਣ,
ਬਹੁਤ ਵਾਰੀ ਆਪਣੀਆਂ ਕਥਾਵਾਂ 'ਚ ਮਨ ਦੀਆਂ ਗੱਲਾਂ ਕਰਦੀ ਰਹਿੰਦੀ ਹੈ, ਸੋ ਉਹ ਨਾ ਕਰਿਆ ਕਰਨ, ਸੋ ਇਹ ਮਿਹਨਤ ਕਰਿਆ ਕਰਨ। ਔਰ ਅੰਤ ਵਿੱਚ ਮੈਂ ਕਹਾਂਗਾ ਕਿ ਜਿਹੜਾ ਮਹੀਨਾਵਾਰ ਸਾਹਿਤਿਕ ਸਾਂਝਾਂ ਦਾ ਜਿਹੜਾ ਮੈਗਜ਼ੀਨ ਹੈ, ਜਿਹੜਾ ਹੁਣੇ ਤੁਸੀਂ ਰਿਲੀਜ਼ ਕੀਤਾ, ਉਹਦੇ ਵਾਸਤੇ ਵੀ ਰਮਿੰਦਰ ਰਮੀ ਜੀ ਤੁਹਾਨੂੰ ਔਰ ਡਾਕਟਰ ਸੋਲ ਤੁਹਾਨੂੰ ਬਹੁਤ ਬਹੁਤ ਵਧਾਈਆਂ। ਔਰ ਮੈਂ ਗੁਸਤਾਖੀ ਕਰਾਂਗਾ ਜੇ ਮੈਂ ਇਹ ਨਾ ਕਹਾਂ ਕਿ ਹਮੇਸ਼ਾ ਦੀ ਤਰ੍ਹਾਂ ਪ੍ਰੋਫੈਸਰ ਕੁਲਜੀਤ ਕੌਰ ਜਦੋਂ ਪ੍ਰੋਗਰਾਮ ਪੇਸ਼ ਕਰਦੇ ਨੇ ਤਾਂ ਇਹ ਸਾਨੂੰ ਇੱਕ ਹੋਰ ਹੀ ਦੁਨੀਆ ਵਿੱਚ ਲੈ ਜਾਂਦੇ ਨੇ। ਐਸੇ ਸਵਾਲ ਇਹ ਲੈ ਕੇ ਆਉਂਦੇ ਨੇ ਵਿਦਵਾਨਾਂ ਵਾਸਤੇ, ਮਨ ਬਹੁਤ ਖੁਸ਼ ਹੁੰਦਾ। ਸੋ ਕੰਟੀਨਿਊ ਵਰਕਿੰਗ ਪਲੀਜ਼ ਆਲ ਆਫ ਯੂ। ਡਾਕਟਰ ਵਨੀਤਾ, ਮੈਂ ਕੱਲ ਡਾਕਟਰ ਵਨੀਤਾ ਦੇ ਨਾਲ ਪਹਿਲੀ ਵਾਰੀ ਫੋਟੋ ਖਿਚਾਈ, ਮੇਰਾ ਮਨ ਬਹੁਤ ਖੁਸ਼ ਹੋਇਆ। ਪਹਿਲਾਂ ਵੀ ਇੱਥੇ ਬਹੁਤ ਵਾਰੀ ਆਉਂਦੇ ਸੀ ਔਰ ਮੇਰੀ ਹਿੰਮਤ ਨਹੀਂ ਸੀ ਪੈਂਦੀ ਇਹਦੇ ਨਾਲ ਏਡੀ ਵੱਡੀ ਸ਼ਿਕ ਜੀ ਇਹਦੇ ਨਾਲ ਫੋਟੋ ਖਿਚਾਉਣ ਦੀ। ਕੱਲ ਮੈਂ ਹਿੰਮਤ ਕਰਕੇ ਇਹਨਾਂ ਨੂੰ ਕਹਿ ਹੀ ਦਿੱਤਾ ਕਿ ਡਾਕਟਰ ਵਨੀਤਾ ਮੈਂ ਤੁਹਾਡੇ ਨਾਲ ਫੋਟੋ ਖਿਚਾਉਣੀ ਹੈ। ਤਾਂ ਇਹਨਾਂ ਦੀ ਬਹੁਤ ਮਿਹਰਬਾਨੀ ਕਿ ਇਹਨਾਂ ਨੇ ਮੇਰੇ ਨਾਲ ਫੋਟੋ ਖਿਚਾਈ ਔਰ ਮਤਲਬ ਮੈਨੂੰ ਇਸ ਗੱਲ ਦਾ ਬੜਾ ਮਾਣ ਜਿਹਾ ਮਹਿਸੂਸ ਹੋਇਆ। ਜੀ ਤੁਸੀਂ ਆਪਣੇ ਨਾਮ ਵਰਗੀ ਪਿਆਰੀ ਸ਼ਖਸੀਅਤ ਹੋ। ਬਹੁਤ ਅੱਛਾ ਬੋਲਦੇ ਹੋ ਪਿਆਰਾ ਸਿੰਘ ਸਰ, ਤੁਸੀਂ ਬਹੁਤ ਸੋਹਣਾ ਬੋਲਦੇ ਹੋ, ਬਹੁਤ ਸੋਹਣਾ ਸਮੇਟਦੇ ਹੋ ਸਾਰੇ ਪ੍ਰੋਗਰਾਮ। ਨਹੀਂ ਤੁਹਾਡੇ ਜਿੰਨਾ ਨਹੀਂ, ਮੈਂ ਸਿੱਖ ਰਿਹਾ ਤੁਹਾਡੇ ਕੋਲ। ਅਸੀਂ ਤੁਹਾਡਾ ਵਿਦਿਆਰਥੀ ਹੈ ਸਾਰਿਆਂ ਨੇ, ਪਰਮਾਨੈਂਟ ਡਿਊਟੀ ਹੋ ਗਈ ਹੁਣ। ਅੱਛਾ ਅਮਨ ਵੀ ਚਲੇ ਗਏ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪਣੀ ਸਾਰੀ ਗੱਲਬਾਤ ਨੂੰ ਵਿਰਾਮ ਦਿੰਦਾ ਔਰ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਔਰ ਡਾਕਟਰ ਵਨੀਤਾ ਜੀ ਖਾਸ ਤੌਰ ਤੇ ਤੁਹਾਡਾ, ਤੁਸੀਂ ਆਏ। ਡਾਕਟਰ ਸੋਲ ਇੰਨੇ ਕੰਮ ਕਰਦੇ ਨੇ ਉਹ ਫਿਰ ਵੀ ਹਰ ਮਹੀਨੇ, ਮੈਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਇੰਨੀਆਂ ਸਾਰੀਆਂ ਡਿਊਟੀਆਂ ਨਿਭਾ ਕੇ ਫਿਰ ਸਾਡੇ ਨਾਲ ਜੁਆਇਨ ਕਰ ਲੈਂਦੇ ਨੇ। ਪ੍ਰੋਫੈਸਰ ਕੁਲਜੀਤ ਹੋਰੀ ਵੀ ਅੱਜ ਟਰੈਵਲ ਵੀ ਕਰ ਰਹੇ ਸੀਗੇ, ਫਿਰ ਵੀ ਇਹਨਾਂ ਨੇ ਸਾਰਾ ਕੰਮ ਕੀਤਾ। ਰਿੰਟੂ ਭਾਟੀਆ, ਹੁਣ ਤੁਹਾਨੂੰ ਬੇਨਤੀ ਹੈ ਕਿ ਇੱਕ ਪਿਆਰਾ ਜਿਹਾ ਗੀਤ ਸਾਨੂੰ ਆਪਣੀ ਮਿੱਠੀ ਜੀ ਆਵਾਜ਼ ਵਿੱਚ ਸੁਣਾ ਦਿਓ ਤੇ ਉਸ ਤੋਂ ਬਾਅਦ ਫਿਰ ਆਪਾਂ। ਤੁਹਾਨੂੰ ਲਾਸਟ ਟਾਈਮ ਮੈਡਮ ਸੋਲ ਨੇ ਵੀ ਕਿਹਾ ਸੀ, ਤੁਸੀਂ ਸੁਣਾਇਆ ਨਹੀਂ। ਹਾਂਜੀ ਅਮਨ ਵੀ ਚਲੇ ਗਏ ਕਿ ਹੈ ਸਾਨੂੰ ਬੋਲਣਾ ਸੀ। ਰਿੰਟੂ ਜੀ ਕਹਿੰਦੀ ਸੀ ਮੈਂ ਜਾ ਰਹੀ ਹਾਂ, ਪਤਾ ਨਹੀਂ ਹੈ ਕਿ ਨਹੀਂ। ਰਿੰਟੂ ਜੀ ਦੂਰ ਚਲੇ ਗਏ ਲੱਗਦਾ। ਜਿਹੜਾ ਬੋਲੇ ਉਹੀ ਕੁੰਡਾ ਖੋਲੇ, ਹੁਣ ਤੁਹਾਨੂੰ ਸੁਣਾਉਣਾ ਪਏਗਾ। ਰਿੰਟੂ ਗਈ, ਮੈਨੂੰ ਗਾਣਾ ਰਿੰਟੂ ਨੇ ਅੱਜ ਕਿਹਾ ਨਹੀਂ ਹੈਗਾ, ਰਿੰਟੂ ਨੇ ਕਿ ਮੈਂ ਹੈਗੀ ਇੱਥੇ। ਨਹੀਂ, ਰਿੰਟੂ ਦਾ ਮੈਸੇਜ ਆਇਆ ਸੀ ਕਿ ਉਹਨਾਂ ਨੇ ਜਾਣਾ ਹੈ ਤੇ ਮੈਨੂੰ ਵੀ ਆਇਆ ਸੀ। ਹਾਂਜੀ ਤੁਸੀਂ ਸੁਣਾਓ ਹੁਣ। ਚਲੋ ਕੌਣ ਸਾ ਮੈਂ ਮੇਰੇ ਕਿੱਥੇ ਗਾਣਾ ਵਾ? ਡਾਕਟਰ ਵਨੀਤਾ ਸੁਣਾ ਸਕਦੇ ਨੇ, ਇੰਨਾ ਵਧੀਆ ਇਹਨਾਂ ਨੇ ਤੇ ਸੰਗੀਤ ਵਿੱਚ ਇੰਨਾ ਕੁਛ ਕੀਤਾ ਹੈ। ਡਾਕਟਰ ਵਨੀਤਾ ਤੋਂ ਸੁਣੀਏ, ਸੁਣਾਓ ਜੀ। ਨਹੀਂ ਜੀ ਮੈਂ ਗੀਤ ਗਾਉਂਦੀ ਸਿਰਫ। ਬੰਦ ਕਰ ਲੋ ਕਿ ਚੱਲਦੀ ਹੈ ਰਿਕਾਰਡਿੰਗ। ਤਾਂ ਮੈਂ ਬੜਾ ਗੀਤ ਰਿਕਾਰਡਿੰਗ ਬੰਦ ਕਰਨੀ ਨਹੀਂ ਹਾਲੇ। ਨਹੀਂ ਸੁਣ ਲਓ, ਵਿੱਚ ਰਿਕਾਰਡ ਕਰ ਲਾਂਗੇ ਜਿਹਨੇ ਸੁਣਾਉਣਾ, ਕੋਈ ਗੱਲ ਨਹੀਂ। ਨਹੀਂ ਮੇਰਾ ਖਿਆਲ ਪ੍ਰੋਗਰਾਮ ਖਤਮ ਕਰੀਏ ਤੇ ਥੋੜਾ ਜਿਹਾ ਕੁਝ ਸੁਣਾ ਦਿਓ ਫਿਰ ਖਤਮ ਕਰਦੇ ਹਾਂ। ਆਪ ਸੁਣਾ ਦਿਓ। ਡਾਕਟਰ ਵਨੀਤਾ ਗਾਉਂਦੇ ਨੇ ਬੜਾ ਅੱਛਾ, ਡਾਕਟਰ ਵਨੀਤਾ ਕੋਲੋਂ ਸੁਣਦੇ ਸੁਣਾਓ ਡਾਕਟਰ ਵਨੀਤਾ ਕਹਿੰਦੇ। ਅੱਛਾ ਓਕੇ ਠੀਕ ਹੈ, ਜਿਵੇਂ ਤੁਹਾਨੂੰ ਚੰਗਾ ਲੱਗਦਾ। ਹਾਂਜੀ ਹੋਰ ਜੀ ਫਿਰ ਮਿਲਦੇ ਆ। ਸ਼ਬਾ ਖੈਰ। ਥੈਂਕ ਯੂ ਡਾਕਟਰ ਵਨੀਤਾ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਬਹੁਤ ਧੰਨਵਾਦ। ਥੈਂਕ ਯੂ ਜੀ। ਹੈਪੀ ਦੀਵਾਲੀ। ਥੈਂਕ ਯੂ। ਮਿਲਦੇ ਹਾਂ ਅਸੀਂ ਜੀ। ਹੈਪੀ ਦੀਵਾਲੀ ਸਾਰਿਆਂ ਨੂੰ ਬਹੁਤ ਬਹੁਤ। ਓਕੇ ਜੀ, ਬਾਏ ਬਾਏ। ਥੈਂਕ ਯੂ, ਬਾਏ 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 ਜੀ, ਬਾਏ। ਥੈਂਕ ਯੂ। ਬਹੁਤ ਵਧੀਆ ਕੁਲਜੀਤ ਜੀ, ਸ਼ਬਦ ਨਹੀਂ ਡਾਕਟਰ ਵਨੀਤਾ ਜੀ ਨਾਲ ਆਪਣੇ ਫੇਸਬੁੱਕ ਤੋਂ ਲਾਈਵ ਜਿਹੜਾ ਹੈ ਨਾ ਉਹਨੂੰ ਖਤਮ ਕਰ ਦਿਓ। ਠਹਿਰੋ। ਹੋ ਗਿਆ, ਮੈਂ ਰਿਕਾਰਡਿੰਗ ਵੀ ਬੰਦ ਕਰਦੀ ਹਾਂ। ਠਹਿਰ। ਹਾਂਜੀ ਰਿਕਾਰਡਿੰਗ ਕਰਨੀ ਬੰਦ ਨਹੀਂ ਹੋਈ, ਰਿਕਾਰਡ ਹੋ ਰਿਹਾ ਹੈ, ਪਰ ਚਲੋ ਕੋਈ ਗੱਲ ਨਹੀਂ।